मतलब कि सरकार ਦੇ ਤੌਰ ਤੇ ਪਹਿਲਾਂ ਗੁਜਰਾਤ ਸਰਕਾਰ ਦੇ ਨਾਲ ਵੀ ਇਹਨਾਂ ਦਾ ਚੱਲਦਾ ਰਿਹਾ, ਫਿਰ ਉਸ ਤੋਂ ਬਾਅਦ ਸੈਂਟਰ ਸਰਕਾਰ ਦੇ ਨਾਲ ਵੀ। ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਮੇਂ ਦੇ ਦੌਰਾਨ ਇੱਕ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਤੱਕ ਆਇਆ ਸੀਗਾ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਜ਼ਾਕੀਆ ਜਾਫਰੀ ਮਾਮਲਾ ਹੈ, ਜ਼ਾਕੀਆ ਜਾਫਰੀ ਉਹ ਲੇਡੀ ਨੇ ਜਿਨ੍ਹਾਂ ਦੇ ਪਤੀ ਅਹਿਸਾਨ ਜਾਫਰੀ ਦੀ ਮੌਤ ਹੋਈ ਸੀਗੀ। ਉਹ ਸਭ ਨੂੰ ਪਤਾ ਹੈਗਾ, ਸਾੜ ਕੇ ਮਾਰ ਦਿੱਤਾ ਗਿਆ ਸੀਗਾ। ਕਾਂਗਰਸ ਦਾ ਸਾਬਕਾ ਮੈਂਬਰ ਪਾਰਲੀਮੈਂਟ ਸੀ। ਤਾਂ ਉਸ ਟਾਈਮ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਦੁਬਾਰਾ ਪਟੀਸ਼ਨ ਆਈ, ਜਿਹਦੇ ਵਿੱਚ ਨਰਿੰਦਰ ਮੋਦੀ ਨੂੰ SIT ਵੱਲੋਂ ਕਲੀਨ ਚਿੱਟ ਦਿੱਤੀ ਗਈ ਸੀਗੀ, ਇਸ ਕਲੀਨ ਚਿੱਟ ਨੂੰ ਚੈਲੰਜ ਕੀਤਾ ਗਿਆ ਸੀਗਾ, ਤਾਂ ਉੱਥੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਮੈਰਿਟ ਨਹੀਂ ਹੈ। ਤੇ ਕੋਰਟ ਨੇ ਵੈਸੇ ਇਹਨਾਂ ਨੇ 9 ਚੋਂ 8 ਤਾਂ ਹੁਣੇ ਹੀ ਖਾਰਜ ਕਰ ਦਿੱਤੀਆਂ ਨੇ। ਤਾਂ ਇੱਥੇ ਕਿਹਾ ਸੀਗਾ ਕਿ ਜਿਹੜੀ ਕੋ ਪਟੀਸ਼ਨਰ ਤੀਸਤਾ ਸੀਤਲਵਾੜ ਆ, ਉਹਨਾਂ ਨੇ ਜ਼ਾਕੀਆ ਜਾਫਰੀ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ, ਤੇ ਕੋਰਟ ਨੇ ਤੀਸਤਾ ਦੀ ਭੂਮਿਕਾ ਦੀ ਜਾਂਚ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਇਹਨਾਂ ਨੇ ਦਿਨ ਹੀ ਨਹੀਂ ਪੈਣ ਦਿੱਤਾ। ਮੇਰੇ ਖਿਆਲ ਦੇ ਨਾਲ ਕੁਝ ਘੰਟਿਆਂ ਬਾਅਦ ਹੀ ਬੀਬੀ ਤੀਸਤਾ ਸੀਤਲਵਾੜ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਵੈਸੇ ਤੁਹਾਨੂੰ ਪਤਾ ਹੀ ਹੈ, ਕੁਝ ਲੈਫਟਿਸਟ ਵਿਚਾਰਧਾਰਕ, ਕੁਝ ਕਵੀ ਬੜੇ ਲੰਬੇ ਸਮੇਂ ਤੋਂ ਬੰਦ ਨੇ, ਬਹੁਤ ਲੰਬੇ ਸਮੇਂ ਤੋਂ ਬੰਦ ਆ। ਤਾਂ ਇਹ ਲੱਗਦਾ ਸੀਗਾ ਕਿ ਬਹੁਤ ਔਖਾ ਹੋ ਜਾਏਗਾ ਇਸ ਬੀਬੀ ਨੂੰ ਵਾਪਸ ਬਾਹਰ ਆਉਣਾ। ਤਾਂ ਕੁਝ ਦਿਨ ਪਹਿਲਾਂ ਸੁਣਵਾਈ ਸ਼ੁਰੂ ਹੋਈ ਹੈ ਸੁਪਰੀਮ ਕੋਰਟ 'ਚ। ਕੱਲ ਹੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਇਸੇ ਸੁਣਵਾਈ ਦੇ ਸਿਲਸਿਲੇ 'ਚ ਕਿ ਨਾ UPA ਲਾਇਆ, ਨਾ ਪੋਟਾ ਲਾਇਆ, ਫਿਰ ਕਾਹਦੀ ਇੰਨੀ ਹਿਰਾਸਤ ਰੱਖੀ ਬੈਠੀ। ਤਾਂ ਖੈਰ ਅੱਜ ਵੀ ਜੇ ਤੁਸੀਂ ਦੇਖੋਗੇ, ਗੁਜਰਾਤ ਗਵਰਨਮੈਂਟ ਨੇ ਬਕਾਇਦਾ ਹਲਫਨਾਮਾ ਦਾਇਰ ਕਰ ਦਿੱਤਾ ਜ਼ਮਾਨਤ ਦੀ ਵਿਰੋਧਤਾ ਦੇ ਵਿੱਚ। ਤਾਂ ਖੈਰ ਇਹਨਾਂ ਨੂੰ ਜ਼ਮਾਨਤ ਮਿਲ ਗਈ ਆ। ਇਹ ਇੱਕ ਕਾਫੀ ਕਹਿ ਲਓ ਕਿ ਇੰਡੀਆ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸਮਾਜ ਸੇਵੀ ਆ, ਇਸ ਤਰ੍ਹਾਂ ਦੇ ਜਿਹੜੇ ਕਹਿ ਲਓ ਕਿ ਸੈਂਟਰ ਗਵਰਨਮੈਂਟ ਦੇ ਨਾਲ ਪੰਗਾ ਲੈ ਕੇ ਚੱਲਣ ਵਾਲੇ ਲੋਕ ਆ, ਉਹਨਾਂ ਵਾਸਤੇ ਇੱਕ ਬੂਸਟ ਹੈ। ਤੇ ਕਾਫੀ ਵੱਡੀ ਖਬਰ ਹੈ ਇਸ ਲਿਹਾਜ਼ ਨਾਲ ਦੇਖੋਗੇ। ਪਰ ਬਹੁਤ ਸਾਰੇ ਹਾਲੇ ਵੀ ਐਸੇ ਹੈਗੇ ਨੇ ਐਕਟਿਵਿਸਟ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ। ਜੀ ਜੀ। ਅਗਲੀ ਗੱਲ ਕਰੀਏ, ਅਕਾਲੀ ਦਲ ਦੇ ਵੱਲੋਂ ਇਹ ਜਿਹੜਾ ਬਿਆਨ ਆ ਰਿਹਾ ਹੈਗਾ ਮਿੰਟੂ ਜੀ, ਕਹਿੰਦੇ ਵੀ ਹੁਣ ਬਸ ਪ੍ਰਧਾਨ 2 ਵਾਰ ਹੀ ਜਿਹੜੇ ਰਹਿ ਚੁੱਕੇ ਹੋਣਗੇ 2 ਵਾਰ, ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਨਹੀਂ ਮਿਲੂ ਹੁਣ। ਨਹੀਂ, ਉਹ ਕਹਿ ਤਾਂ ਦਿੱਤਾ ਸੀ ਮਲੂਕਾ ਸਾਹਿਬ ਨੇ ਕਿਹਾ 32 ਤੱਕ ਤੇ ਰਹਿਣਾ, ਜੇ ਸੁਖਬੀਰ ਸਿੰਘ ਬਾਦਲ ਜੇ ਕਿਸੇ ਨੇ ਪਾਰਟੀ ਛੱਡਣੀ ਤੇ ਜਾਓ। ਗੱਲ ਖਤਮ। ਤੇ 2 ਵਾਰੀਆਂ ਤੇ 2 ਵਾਰੀਆਂ ਹੋ ਗਏ, 10 ਸਾਲ ਹੁਣ ਹੋ ਗਿਆ, 22 ਤੇ 10 32 ਬਾ ਠੀਕ ਠਾਕ ਹੈ। ਮਲੂਕਾ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ। ਤਾਂ ਖੈਰ ਅੱਜ ਮੇਜਰ ਸਰਜਰੀ ਕੀਤੀ ਹੈ ਇਹਨਾਂ ਨੇ, ਰਿਫਾਰਮਸ ਲਾਗੂ ਹੋ ਗਏ ਇੱਕ ਤਰ੍ਹਾਂ ਨਾਲ, ਜਿਨ੍ਹਾਂ ਦੀ ਗੱਲ ਮੈਂ ਤੁਹਾਨੂੰ ਬਹੁਤ ਲੰਮੇ ਸਮੇਂ ਤੋਂ ਦੱਸਦਾ ਆ ਰਿਹਾ ਸੀਗਾ ਕਿ ਤਿਆਰੀ ਹੈ, ਤਾਂ ਉਹ ਕਰ ਦਿੱਤੇ ਨੇ ਤਕਰੀਬਨ। ਪਰ ਜੇ ਆਪਾਂ ਦੇਖੀਏ ਤਾਂ ਇਹ ਸਾਰੇ ਦੇ ਸਾਰੇ ਤਾਂ ਨਹੀਂ ਅੱਜ ਸਾਰੇ ਮਤਲਬ ਕਿ ਬੋਲੇ, ਪਰ ਬਹੁਤ ਸਾਰੇ ਦੱਸ ਦਿੱਤੇ ਤਕਰੀਬਨ ਇਹਨਾਂ ਨੇ। ਤਾਂ ਇਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਹੈ ਕਿ ਪ੍ਰਧਾਨ 2 ਵਾਰੀਆਂ ਚ ਹੋਏਗਾ, ਜਿਵੇਂ ਤੁਹਾਡੇ ਇੱਧਰ US ਦੇ ਵਿੱਚ 2 ਵਾਰੀ ਪ੍ਰੈਜ਼ੀਡੈਂਟ ਬਣਦਾ ਹੈ ਨਾ ਲਗਾਤਾਰ ਕੋਈ, ਤਾਂ ਉਸ ਤੋਂ ਬਾਅਦ ਬਸ। ਤਾਂ ਏਦਾਂ ਇੱਥੇ ਬਸ 1 ਵਾਰੀ ਹੋ ਜਾਏਗੀ, ਬ੍ਰੇਕ ਲੈ ਕੇ ਤੇ ਫੇਰ ਆ ਸਕਦਾ। ਮਤਲਬ ਕਿ 1 ਵਾਰੀ 2 ਟਰਮ ਜਿਹੜੀਆਂ ਨੇ ਉਹ ਲਗਾਤਾਰ ਕੋਈ ਪ੍ਰਧਾਨ ਦੇ ਤੌਰ ਤੇ ਨਿਭਾ ਸਕਦਾ। ਇਸ ਤੋਂ ਇਲਾਵਾ 1 ਟੱਬਰ 1 ਟਿਕਟ, ਵੈਸੇ ਠੀਕ ਠਾਕ ਫਾਰਮੂਲਾ, 1 ਨੂੰ ਵਿਧਾਇਕ ਦੀ ਮਿਲ ਜਾਵੇ, 1 ਨੂੰ ਮੈਂਬਰ ਪਾਰਲੀਮੈਂਟ ਦੀ, 1 ਟੱਬਰ 1 ਟਿਕਟ, ਇਹ ਵੀ ਵਧੀਆ। ਖੈਰ ਨਾਲ ਕਿਹਾ ਨੇ ਕਿ ਪਾਰਟੀ ਦੇ ਜਿਹੜੇ ਜ਼ਿਲ੍ਹਾ ਜਾਂ ਯੂਥ ਪ੍ਰਧਾਨ, ਸਟੇਟ ਬਾਡੀ ਦੇ ਨੇਤਾ, ਉਹ ਸਿਰਫ ਪੂਰਨ ਗੁਰਸਿੱਖਾਂ ਨੂੰ ਬਣਾਇਆ ਜਾਏਗਾ। ਜੇ ਕੋਈ ਦੂਸਰੇ ਧਰਮ ਦਾ ਹੈ ਤਾਂ ਫਿਰ ਕੋਈ ਚੱਕਰ ਨਹੀਂ ਹੈਗਾ, ਉਹ ਆਪਣੇ ਧਰਮ ਨੂੰ ਮੰਨੇ, ਕੋਈ ਚੱਕਰ ਨਹੀਂ ਹੈ। ਇਹ ਵੈਸੇ ਵਧੀਆ ਗੱਲ ਹੈ, ਚਲੋ ਠੀਕ ਆ। ਅਕਾਲੀ ਦਲ ਦਾ ਪਾਰਲੀਮੈਂਟਰੀ ਬੋਰਡ ਬਣਾਇਆ ਜਾਏਗਾ। ਇਹ ਬੋਰਡ ਡਿਸਾਈਡ ਕਰੇਗਾ ਕਿ ਚੋਣ ਦੇ ਵਕਤ ਕਿਸ ਹਲਕੇ 'ਚ ਕੌਣ ਉਮੀਦਵਾਰ ਜਿਹੜਾ ਬਿਹਤਰ ਹੋਏਗਾ। ਫਿਰ ਇਸ ਤੋਂ ਇਲਾਵਾ BC ਭਾਈਚਾਰੇ ਨੂੰ ਤਰਜੀਹ ਮਿਲੇਗੀ। ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਇਲੈਕਸ਼ਨ ਨਹੀਂ ਲੜ ਸਕੇਗਾ, ਕਿਉਂਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ MLA ਤੇ ਜ਼ਿਲ੍ਹਾ ਪ੍ਰਧਾਨ ਇੱਕ ਹੀ ਹੁੰਦਾ ਹੈ। ਤਾਂ ਇਹ ਸਾਫ਼ ਕਰ ਦਿੱਤਾ ਹੈ ਕਿ ਅੱਡ-ਅੱਡ ਅਹੁਦੇ ਰਹਿਣਗੇ। 117 ਸੀਟਾਂ ਦੇ ਵਿੱਚੋਂ 50% ਸੀਟਾਂ 50 ਸਾਲ ਦੇ, ਮਤਲਬ ਕਿ ਜਿਹੜੇ ਨੌਜਵਾਨ ਹੈ 50 ਸਾਲ ਤੋਂ ਥੱਲੇ ਵਾਲੇ, ਉਹਨਾਂ ਨੂੰ ਯੰਗ ਬ੍ਰਿਗੇਡ ਅੱਗੇ ਲਾਈ ਜਾਏਗੀ। ਕੋਰ ਕਮੇਟੀ ਦੇ ਵਿੱਚ ਯੰਗ ਲੀਡਰ ਤੇ ਬੀਬੀਆਂ ਨੂੰ ਸ਼ਾਮਲ ਕੀਤਾ ਜਾਏਗਾ। ਯੂਥ ਅਕਾਲੀ ਦਲ ਦੀ ਏਜ ਲਿਮਟ ਫਿਕਸ ਹੋਏਗੀ 35 ਸਾਲ। ਜਿਵੇਂ ਅੱਗੇ ਤੁਹਾਨੂੰ ਪਤਾ ਸਟੂਡੈਂਟ ਫੈਡਰੇਸ਼ਨ ਦੇ ਨਾਮ ਤੇ ਕਿਦਾਂ ਪੋਤਰਿਆਂ ਵਾਲੇ ਵੀ ਤੁਰੇ ਫਿਰਦੇ ਸੀ ਵਿੱਚ। ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਸੋਈ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਹੁਣ 30 ਸਾਲ ਤੋਂ ਵੱਡੀ ਉਮਰ ਦੇ ਜਿਹੜੇ ਉਹ ਆਗੂ ਨਹੀਂ ਹੋਣਗੇ। ਪਾਰਟੀ ਦਾ ਸੰਗਠਨ ਖੜਾ ਕਰਨ ਲਈ 117 ਆਬਜ਼ਰਵਰ
ਆਬਜ਼ਰਵਰ ਲਾਏ ਜਾਣਗੇ। ਜੀ ਤੇ ਦੂਜੀ ਗੱਲ ਜਿਹੜੀ ਹੈ, ਅਕਾਲੀ ਦਲ ਦੇ ਵਿੱਚ ਇੱਕ ਐਡਵਾਈਜ਼ਰੀ ਬੋਰਡ ਬਣੇਗਾ ਜਿਹਦੇ ਵਿੱਚ ਰਾਈਟਰ, ਸਕਾਲਰ, ਪੰਥਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਖੈਰ, ਇਹ ਮਤਲਬ ਮੇਜਰ ਸਰਜਰੀ ਦੇ ਵਿੱਚ ਆਪਰੇਸ਼ਨ ਹੈਗੇ ਨੇ ਜਿਹੜੇ ਜਿਹੜੇ ਕੀਤੇ ਜਾ ਰਹੇ ਆ ਇੱਕ ਸਰਜਰੀ ਦੇ ਵਿੱਚ, ਬਾਕੀ ਨਿੱਕੀ ਨਿੱਕਿਆ। ਹੁਣ ਲੱਗਦਾ ਤੇ ਹੈ ਨਹੀਂ ਬਈ ਇੰਨੇ ਕੁ ਜਿਹੜੇ ਕਦਮ ਚੁੱਕੇ ਜਾ ਰਹੇ ਆ ਇਹਨਾਂ ਦੇ ਨਾਲ ਗੱਲ ਬਣੂਗੀ। ਮੇਨ ਗੱਲ ਤਾਂ ਉੱਥੇ ਟਿਕਦੀ ਸੀ ਕਿ ਵਾਗਡੋਰ ਕਿਹਦੇ ਹੱਥ 'ਚ ਰਹਿ ਗਈ, ਉਹ ਤਾਂ ਸਾਫ਼ ਹੋ ਗਿਆ ਕਿ ਪ੍ਰਧਾਨ 2 ਵਾਰੀ ਸੁਖਬੀਰ ਸਿੰਘ ਬਾਦਲ ਹੋਣ ਤੋਂ ਬਾਅਦ ਰਹਿਣਗੇ। 32 ਤੱਕ ਤਾਂ ਫਿਰ ਕੋਈ ਨਹੀਂ ਬੁਲਾਏਗਾ, ਤਾਂ ਕੀ 32 ਤੱਕ ਸਾਰਾ ਕੁਝ ਠੀਕ ਠਾਕ ਹੋ ਜਾਏਗਾ, ਸੱਤਾ ਤੱਕ ਪਹੁੰਚ ਜਾਣਗੇ। ਵੈਸੇ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਸਾਡਾ ਨਿਸ਼ਾਨਾ ਸੱਤਾ ਨਹੀਂ ਹੈ, ਅਸੀਂ ਮਤਲਬ ਪੰਜਾਬ ਦੀ ਸੁਖ ਸ਼ਾਂਤੀ ਵਾਸਤੇ ਕੰਮ ਕਰਨਾ ਆ, ਅਸੀਂ ਪੰਥਕ ਹਿੱਤਾਂ ਵਾਸਤੇ ਕੰਮ ਕਰਨਾ। ਪਰ ਗੱਲ ਇਹ ਹੈ ਕਿ ਵੇਖੋ ਤੁਸੀਂ ਇੱਕ ਚੀਜ਼ ਜਿਹੜੀ ਹੈ ਕਹਿ ਲਓ ਕਿ ਇਹਨਾਂ ਨੇ ਕਦੇ ਸੋਚੀ ਨਹੀਂ ਜਾਂ ਸੋਚ ਕੇ ਛੱਡ ਦਿੰਦੇ ਆ ਕਿ ਅਕਾਲੀ ਦਲ ਜਿਹੜਾ ਅਕਾਲੀ ਦਲ ਇੱਕ ਬਹੁਤ ਵੱਡਾ ਇਤਿਹਾਸ ਰੱਖਦਾ, ਆਮ ਤੌਰ ਤੇ ਇਸ ਤਰ੍ਹਾਂ ਦੇ ਵੱਡੇ ਫੈਸਲੇ ਅੰਮ੍ਰਿਤਸਰ ਤੋਂ ਲਿਆ ਕਰਦਾ ਸੀ, ਉਹਦਾ ਮੁੱਖ ਦਫ਼ਤਰ ਅੰਮ੍ਰਿਤਸਰ ਹੋਇਆ ਕਰਦਾ ਸੀਗਾ। ਤਾਂ ਅੱਜ ਚੰਡੀਗੜ੍ਹ ਤੋਂ ਇਹੀ ਇੱਕ ਫਰਕ ਹੈ, ਬੁਨਿਆਦੀ ਫਰਕ ਹੈ ਜਿਹੜਾ ਸੁਖਬੀਰ ਸਿੰਘ ਜੀ ਬਾਦਲ ਸਮਝ ਨਹੀਂ ਪਾ ਰਹੇ। ਉਹ ਕਨਫਿਊਜ਼ ਨੇ ਹਾਲੇ ਵੀ ਕਿ ਉਹਨਾਂ ਦਾ ਏਜੰਡਾ ਕੀ ਹੋਵੇ, ਮੁੱਖ ਏਜੰਡਾ ਕੀ ਹੋਵੇ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਹਾਲੇ ਵੀ ਅਨੰਦਪੁਰ ਸਾਹਿਬ ਮਤੇ ਦੀ ਗੱਲ ਨਹੀਂ ਕਰਦੇ, ਤੁਸੀਂ ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਤਰਜੀਹ ਨਹੀਂ ਦੇ ਰਹੇ। ਤਾਂ ਤੁਹਾਨੂੰ ਇੱਕ ਪਾਸਾ ਕਰਨਾ ਹੀ ਪਏਗਾ, ਇੱਕ ਪਾਸਾ ਕਰਨਾ ਹੀ ਪਏਗਾ। ਵੱਡੇ ਕਦਮ ਹਾਲੇ ਵੀ ਚੁੱਕਣੇ ਪੈਣਗੇ, ਵੱਡੇ ਤਿਆਗ ਵੀ ਕਰਨੇ ਪੈਣਗੇ, ਪਾਰਟੀਆਂ ਵਾਸਤੇ ਤਿਆਗ ਕਰਨੇ ਪੈਂਦੇ ਆ। ਤਾਂ ਖੈਰ ਦੇਖਦੇ ਹਾਂ ਜੀ, ਇਹਨਾਂ ਨੇ ਕਦਮ ਚੁੱਕੇ, ਇਹਨਾਂ ਕਦਮਾਂ ਦੇ ਨਾਲ ਕੀ ਸਫਲਤਾ ਇਹਨਾਂ ਦੇ ਕਦਮ ਚੁੰਮਦੀ ਹੈ ਜਾਂ ਨਹੀਂ। ਵੈਸੇ ਉਹ ਤਾਂ ਹੈ ਹੀ ਆ ਵੀ ਜੇ ਉਹਨਾਂ ਨੇ ਕਹਿ ਹੀ ਦਿੱਤਾ ਕਿ ਸੱਤਾ ਹੁਣ ਸਾਡਾ ਨਿਸ਼ਾਨਾ ਨਹੀਂ। ਅੱਗੇ ਕਹਿੰਦੇ ਹੁੰਦੇ ਸੀ ਕਿ ਬਸ 25 ਸਾਲ ਸਾਡੀ ਸਰਕਾਰ ਨਹੀਂ ਜਾਂਦੀ। ਹੁਣ ਉਹਨਾਂ ਨੇ ਕਮ ਸੇ ਕਮ ਇਹ ਸਬਕ ਸਿੱਖ ਲਿਆ, ਐਲਾਨ ਕਰ ਲਿਆ ਇਹਨਾਂ ਨੇ ਵਕਤ ਦੇ ਹੱਥੋਂ ਕਿ ਬਾਈ ਸੱਤਾ ਸਾਡਾ ਨਿਸ਼ਾਨਾ ਨਹੀਂ ਹੈ। ਜੀ ਜੀ ਬਿਲਕੁਲ। ਸੋ ਜਲਦੀ ਜਿਹੜਾ ਹੈ ਇਹਨਾਂ ਦਾ ਚੇਂਜ ਹੋ ਗਿਆ ਆ ਮੁੱਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਚਰਚ ਦੇ ਮਾਮਲੇ ਦੇ ਵਿੱਚ ਸਿੱਟ ਕਰੇਗੀ ਹੁਣ ਮਾਮਲੇ ਦੀ ਜਾਂਚ। ਹਾਂਜੀ ਦੇਖੋ, ਸਿੱਟ ਬਿਠਾ ਦਿੱਤੀ ਇਹਨਾਂ ਨੇ, ਸਿੱਟ ਹੀ ਜਾਂਚ ਕਰੇਗੀ ਇਸ ਮਾਮਲੇ ਦੇ ਵਿੱਚ ਜੋ ਭੰਨਤੋੜ ਹੋਈ ਹੈ, ਜੋ ਬੇਅਦਬੀ ਹੋਈ ਹੈ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਜਿਹੜੇ ADGP ਹੈ ਬੀ ਚੰਦਰ ਸ਼ੇਖਰ, ਇਹ ਫਿਰੋਜ਼ਪੁਰ ਰੇਂਜ ਦੇ IG SIT, ਇਹਨਾਂ ਦੇ ਅਗਵਾਈ ਹੇਠ ਬਣਾ ਦਿੱਤੀ ਗਈ ਹੈ। ਤਰਨਤਾਰਨ ਦੇ SSP ਹੋਣਗੇ, SP ਹੋਣਗੇ ਇਨਵੈਸਟੀਗੇਸ਼ਨ ਦੇ ਮੈਂਬਰ ਦੇ ਤੌਰ ਤੇ। ਖੈਰ ਇਹ 3 ਮੈਂਬਰੀ ਸਿੱਟ ਜਿਹੜੀ ਹੈ ਉਹ ਕੰਮ ਕਰੇਗੀ। ਅੱਜ ਗਏ ਸਨ ਭਗਵੰਤ ਮਾਨ ਤੇ ਉਹਨਾਂ ਦਾ ਟੱਬਰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ। ਤਾਂ ਕਹਿੰਦੇ ਆ ਕਿ ਜਥੇਦਾਰ ਜੀ ਦੇ ਨਾਲ ਕਾਫੀ ਉਹਨਾਂ ਦੀ ਲੰਬੀ ਮੁਲਾਕਾਤ ਹੋਈ ਹੈ, ਇੰਨੀ ਵੀ ਨਹੀਂ ਲੰਬੀ ਹੋਈ ਪਰ ਖਾਸੀਆਂ ਗੱਲਾਂ ਹੋਈਆਂ ਨੇ। ਤਾਂ ਬਾਹਰ ਆ ਕੇ ਉਹਨਾਂ ਨੇ ਕਿਹਾ ਸੀਗਾ ਕਿ ਭਾਈਚਾਰਕ ਸਾਂਝ ਜਿਹੜੀ ਆ ਉਹ ਲੁੱਟਣ ਦਿੱਤੀ ਜਾਏਗੀ। ਤਾਂ ਹੋ ਸਕਦਾ ਮੇਰੇ ਖਿਆਲ ਦੇ ਨਾਲ ਇਸ ਮੁੱਦੇ ਤੇ ਜ਼ਰੂਰ ਉਹਨਾਂ ਨੇ ਡਿਸਕਸ ਕੀਤਾ ਹੋਵੇ ਤੇ ਜਥੇਦਾਰ ਸਾਹਿਬ ਦੇ ਨਾਲ ਇਹ ਗੱਲ ਕਰਕੇ ਸ਼ਾਇਦ ਜ਼ਰੂਰ ਇਹ ਅਪੀਲ ਕੀਤੀ ਹੋਏਗੀ ਕਿ ਤੁਸੀਂ ਥੋੜਾ ਜਿਹਾ ਬਈ ਇੱਧਰਲੇ ਪਾਸੇ ਦੇਖੋ, ਅਸੀਂ ਉਧਰ ਵੀ ਸਮਝਾਉਣੇ ਕਰਦੇ ਆ ਕਿ ਬਈ ਮਸਲਾ ਜਿਹੜਾ ਉਹ ਇੱਕ ਵਾਰੀ ਸੌਟ ਆਊਟ ਹੋ ਜਾਵੇ। ਪਰ ਦੂਜੇ ਪੱਖ ਤੋਂ ਜੇ ਦੇਖੇ, ਜਾਂਚ ਚਲੋ ਤੁਰੀ ਆ, ਹੁਣ ਆਪਾਂ ਯਕੀਨ ਕਰਦੇ ਆ ਇੱਕ ਵਾਰੀ ਤਾਂ ਕਿ ਹਾਂ ਬਾਈ ਜਾਂਚ ਦੇ ਵਿੱਚੋਂ ਕੁਝ ਨਿਕਲੇਗਾ। ਐਂਗਲ ਕਈ ਨੇ, ਮਸਲਨ ਕਿ ਜਿਵੇਂ ਹੀ ਈਸਾਈਆਂ ਦੇ ਉਲਟ ਸਿੱਖ ਕੌਮ ਬੋਲਣਾ ਸ਼ੁਰੂ ਕਰ ਦਿੰਦੀ ਹੈ, ਤਿਵੇਂ ਨਾਲ ਦੀ ਨਾਲ ਇਹ ਬੇਅਦਬੀ ਦੀ ਘਟਨਾ ਵਾਪਰਦੀ। ਕਿਹਨੇ ਕਰਵਾਈ ਹੈ? ਮਤਲਬ ਕਿ 3-4 ਧਿਰਾਂ ਹੀ ਨੇ ਇਹਦੇ ਚ, ਹੁਣ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਪਰ ਤੁਸੀਂ ਆਪ ਹੀ ਸਮਝ ਲਓ ਕਿਸਨੇ। ਤਾਂ ਉਹਨਾਂ ਚੋਂ ਕਿਸੇ ਨੇ ਵੀ ਕਰਵਾਈ ਹੋ ਸਕਦੀ ਹੈ, ਕਿਸੇ ਨੇ ਵੀ ਇਹ ਕੀਤਾ ਹੋ ਸਕਦਾ ਹੈ। ਤਾਂ ਇਸ ਐਂਗਲ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਹੁਣੇ ਕਿਉਂ, ਅੱਗੇ ਵੀ ਚਰਚ ਸਨ, ਗਿਰਜਾ ਘਰ ਸਨ, ਅੱਗੇ ਵੀ ਕਨਵਰਜਨ ਸੀਗੀ, ਕਦੇ ਏਦਾਂ ਨਹੀਂ ਸੀ ਹੋਇਆ। ਪਰ ਜਿਵੇਂ ਹੀ ਸਿੱਖ ਕੌਮ ਵਿਰੋਧ ਸ਼ੁਰੂ ਕਰਦੀ ਹੈ ਤਿਵੇਂ ਹੀ ਕਿਉਂ, ਇਹ ਇੱਕ ਵੱਡਾ ਸਵਾਲ ਹੈ। ਦੂਜਾ ਇਹ ਆ ਕਿ ਕੋਈ ਸਾਜ਼ਿਸ਼ ਕਰਤਾ ਤਾਂ ਨਹੀਂ ਫਿਰ ਕਿ 2 ਫਿਰਕੇ, 2 ਮਜ਼ਹਬ ਉਹ ਆਪਸ ਦੇ ਵਿੱਚ ਉਲਝਾ ਕੇ ਕੋਈ ਤੀਸਰਾ ਉੱਲੂ ਸਿੱਧਾ ਕਰਨ ਨੂੰ ਫਿਰਦਾ ਹੋਵੇ। ਇਹ ਵੀ ਵੇਖਣ ਦੀ ਜ਼ਰੂਰਤ ਹੈ, ਕਿਉਂਕਿ ਜਾਂਚ ਪੜਤਾਲ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੋਈ ਫੜ ਕੇ ਐਵੇਂ ਹੀ ਤੁਰਿਆ ਜਾਂਦਾ ਤੇ ਕਹਿ ਦਿਓ ਜੀ ਇਹਦੇ ਤਾਰ ਪਾਕਿਸਤਾਨ ਨਾਲ ਜੁੜੇ। ਉਹ ਤੇ ਹੈਗਾ ਕਿ ਐਵੇਂ ਕਹਿ ਲਓ ਨੱਕ ਨਾਲ ਪੂੰਝ ਕੇ ਤੇ ਗੱਲ ਦੇ ਨਾਲ ਮਲ ਦੇਣਾ। ਭਾਈ ਜੇ ਤਾਂ ਜਾਂਚ ਪੜਤਾਲ ਡੂੰਗੀ ਕਰੋ, ਜਾਂਚ ਪੜਤਾਲ ਵੇਖੋ ਕਿੱਥੋਂ ਫੰਡਿੰਗ ਹੋਈ, ਕਿੱਥੋਂ ਬੰਦੇ ਤਿਆਰ ਹੋਏ, ਕਿਹਨਾਂ ਨੇ ਇਸ ਕੰਮ ਵਾਸਤੇ ਕੀਤਾ, ਫਿਰ ਜਾਂਚ ਪੜਤਾਲ ਜਾਂ SIT ਜਿਹੜੀ ਆ
ਉਹ ਆਪਣਾ ਸਾਰਥਕ ਰੋਲ ਅਦਾ ਕਰਦੀ ਹੈ। ਤੇ ਜੇ ਸਿਰਫ ਟਾਈਮ ਪਾਸ ਖੇਡਣਾ ਤਾਂ ਟਾਈਮ ਪਾਸ ਤੇ ਸੂਲੀ ਤੇ ਵੀ ਹੋ ਜਾਂਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਮੂਸੇਵਾਲਾ ਦੇ ਜਿਹੜੇ ਮਾਪੇ ਆ ਉਹ ਅਚਾਨਕ ਵਿਦੇਸ਼ੀ ਫੇਰੀ ਤੇ। ਹਾਂਜੀ ਦੇਖੋ, ਗੱਲ ਕੀ ਹੈ ਕਿ ਅੱਜ ਇੱਕ ਧਮਕੀ ਦੀ ਵੀ ਖਬਰ ਆਈ, ਤੁਸੀਂ ਉਹ ਸੁਣ ਲਈ ਹੋਣੀ ਹੈ ਥੋੜੀ ਉਹਨਾਂ ਦੇ ਆਪਾਂ ਨੂੰ ਸਾਜਰੀ, ਵੈਸੇ ਤਾਂ ਕੱਲ ਦੀ ਗੱਲ ਹੈ, ਚਲੋ ਅੱਜ ਸਾਜਰੀ ਇੱਕ ਵੱਡੀ ਖਬਰ ਸੀਗੀ ਇੰਡੀਆ ਦੇ ਵਿੱਚ। ਫਿਰ ਉਸ ਤੋਂ ਬਾਅਦ ਅਚਾਨਕ ਇਹ ਖਬਰ ਆਉਂਦੀ ਹੈ ਕਿ ਉਹ ਵਿਦੇਸ਼ ਫੇਰੀ ਤੇ ਗਏ ਨੇ। ਵੇਖੋ ਗੱਲ ਕੀ ਹੈ ਕਿ ਵਿਦੇਸ਼ ਫੇਰੀ ਤੇ ਜਾਣ ਦਾ ਉਹਨਾਂ ਦਾ ਮਕਸਦ ਇਹ ਵੀ ਹੋ ਸਕਦਾ ਕਿਉਂਕਿ ਉਹਨਾਂ ਦਾ ਕਾਰੋਬਾਰ ਖਿਲਰਿਆ ਪਿਆ ਵੀ ਉਹਨਾਂ ਦਾ ਮੁੰਡਾ ਪੂਰੇ ਸੰਸਾਰ ਦੇ ਵਿੱਚ ਵੱਜਦਾ ਸੀਗਾ, ਤਾਂ ਉਹਦੇ ਵੱਖ-ਵੱਖ ਥਾਵਾਂ ਤੇ, ਵੈਸੇ ਵੀ ਤੁਹਾਨੂੰ ਪਤਾ ਹੈ ਉਹਦੀ ਗਾਇਕੀ ਦਾ ਅਸਲ ਸਫ਼ਰ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ ਕੈਨੇਡਾ ਤੋਂ, ਜਿੱਥੋਂ ਸਿਤਾਰੇ ਚਮਕੇ ਨੇ। ਬਥੇਰਾ ਕੁਛ ਹੈ, ਤਾਂ ਕੀ ਉਹ ਆਪਣੇ ਉਸ ਸਪੁੱਤਰ ਦਾ ਜਿਹੜਾ ਹੁਣ ਸਰੀਰਕ ਤੌਰ ਤੇ ਉਹਨਾਂ ਦੇ ਵਿੱਚ ਨਹੀਂ ਹੈ, ਉਹਦਾ ਕਾਰੋਬਾਰ ਜਾਂ ਕੋਈ ਹੋਰ ਕੰਮਕਾਰ ਜਿਹੜਾ ਉੱਥੇ ਸੀਗਾ ਉਸ ਸਿਲਸਿਲੇ ਚ ਗਏ ਨੇ, ਜਾਂ ਜਿਹੜੀ ਇਹ ਧਮਕੀ ਵਾਲੀ ਗੱਲਬਾਤ ਆ ਉਸ ਤੋਂ ਬਾਅਦ ਜਦੋਂ ਉਹ ਚਲੇ ਗਏ ਨੇ, ਕਿਸ ਮੁਲਕ ਚ ਗਏ ਨੇ ਇਹ ਰਿਵੀਲ ਨਾ ਆਪਾਂ ਕਰਨਾ ਤੇ ਨਾ ਜ਼ਰੂਰਤ ਹੈ, ਜਿਸ ਵੀ ਮੁਲਕ ਚ ਗਏ ਨੇ, ਤੇ ਬਈ ਉਹ ਜਿੱਥੇ ਗਏ ਨੇ ਉਹ ਜਦੋਂ ਗਏ ਉਸ ਤੋਂ ਬਾਅਦ ਹੀ ਧਮਕੀ ਵਾਲੀ ਖਬਰ ਬਾਹਰ ਆਈ ਹੈ, ਜਾਂ ਧਮਕੀ ਮਿਲਣ ਤੋਂ ਬਾਅਦ ਹੀ ਸਾਰਾ ਕੁਝ ਤਿਆਰ ਕੀਤਾ ਗਿਆ। ਪੁਲਿਸ ਦੀਆਂ ਵੀ ਬਹੁਤ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਇਸ ਸਿਲਸਿਲੇ ਚ। ਸੋ ਇਸ ਕਰਕੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਦੋ ਤਿੰਨ ਚੀਜ਼ਾਂ ਜਾਂ ਦੋ ਤਿੰਨ ਸੰਭਾਵਨਾਵਾਂ ਜਿਹੜੀਆਂ ਉਹ ਹੈਗੀਆਂ ਨੇ, ਪਰ ਜਿਵੇਂ ਵੀ ਆ ਸਾਨੂੰ ਖਿਆਲ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਕਿ ਉਹਨਾਂ ਦੀ ਪ੍ਰਾਈਵੇਸੀ, ਖਾਸ ਤੌਰ ਤੇ ਸਿਕਿਉਰਿਟੀ ਨਾਲ ਜੁੜੀ ਜਿਹੜੀ ਆ ਉਹ ਅੱਗੇ ਵਾਲੀ ਬੇਵਕੂਫਾਨਾ ਹਰਕਤ ਕਰਕੇ ਉਹ ਦਾਅ ਤੇ ਨਹੀਂ ਲੱਗਣੀ ਚਾਹੀਦੀ। ਦੂਜੀ ਗੱਲ ਕਿ ਦੇਖੋ ਜਿਸ ਤਰੀਕੇ ਦੀ ਧਮਕੀ ਆਈ ਹੈ ਉਹਦੇ ਵਿੱਚ ਵੀ ਫਿਰ ਮੈਂ ਸ਼ੱਕੀ ਜਿਹਾ ਕਿਸਮ ਦਾ ਆਦਮੀ ਇਹਨਾਂ ਚੀਜ਼ਾਂ 'ਚ ਵੱਖ-ਵੱਖ ਐਂਗਲਾਂ ਤੋਂ ਸੋਚਣ ਵਾਲਾ ਕਿ ਬਈ ਉਹ ਵਾਕਈ ਉਹਨਾਂ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਮਾਰਿਆ ਸੀ ਉਹਨਾਂ ਨੇ ਕੀਤਾ ਮੇਲ, ਕਿ ਜਾਂ ਉਹਨਾਂ ਨੂੰ ਹੁਣ ਫਸਾਉਣ ਵਾਸਤੇ, ਕਿਉਂਕਿ ਉਹਨਾਂ ਤੇ ਬਹੁਤ ਸਖਤੀ ਹੋਈ ਪਈ ਆ, ਚੀਕਾਂ ਨਿਕਲੀਆਂ ਪਈਆਂ ਨੇ, ਕਿ ਕੋਈ ਉਹਨਾਂ ਦਾ ਵਿਰੋਧੀ ਤਾਂ ਨਹੀਂ ਖੇਡ ਰਿਹਾ, ਇਹ ਵੀ ਦੇਖਣਾ ਹੋਏਗਾ ਕਿਉਂਕਿ ਜਿਸ ਅਕਾਊਂਟ ਤੋਂ ਈਮੇਲ ਹੋਇਆ ਜਦੇ ਡਿਲੀਟ ਹੋ ਗਿਆ। ਇਹ ਵੀ ਇੱਕ ਵੇਖਣ ਵਾਲਾ ਫੈਸਲਾ ਹੋਏਗਾ ਕਿ ਇਹ ਕੋਈ ਇਸ ਤਰ੍ਹਾਂ ਦਾ ਕੰਮ ਤੇ ਨਹੀਂ ਕਰ ਰਿਹਾ। ਫਿਰ ਦੂਜੀ ਚੀਜ਼, ਜੇ ਉਹ ਸੱਚੀ ਆ ਰਾਜ ਕਰਨਵੀਰ ਸਿੰਘ ਜੀ, ਫਿਰ ਇੱਕ ਹੋਰ ਬੜੀ ਵੱਡੀ ਚਿੰਤਾਜਨਕ ਗੱਲ ਹੋਏਗੀ ਕਿ ਇਸ ਮਾਮਲੇ 'ਚ ਗਵਾਹ ਹੈਗੇ ਨੇ 100 ਤੋਂ ਵੱਧ, 125 ਦੇ ਕਰੀਬ। ਤਾਂ ਬਈ ਤੁਸੀਂ ਇਹ ਦੇਖ ਲਓ ਕਿ ਫਿਰ ਜੇ ਉਹ ਇੱਥੇ ਸਿੱਧੇ ਸਿੱਧੂ ਮੂਸੇਵਾਲੇ ਦੇ ਘਰਦਿਆਂ ਨੂੰ ਧਮਕੀ ਦੇ ਰਹੇ ਆ ਤੇ ਗਵਾਹਾਂ ਦਾ ਕੀ ਹਾਲ ਕਰਨਗੇ। ਇਸ ਕਰਕੇ ਇਸ ਪੱਖ ਤੋਂ ਵੀ ਵੇਖਣਾ ਪਏਗਾ, ਸੋਚਣਾ ਪਏਗਾ ਕਿ ਭਾਈ ਮਾਮਲਾ ਜਿਹੜਾ ਉਹ ਕਿਤੇ ਇੱਧਰ ਨੂੰ ਨਾ ਉਹ ਤੁਰੇ, ਕਿਉਂਕਿ ਇਹ ਤਾਂ ਹਾਈ ਪ੍ਰੋਫਾਈਲ ਪੀੜਤ ਪਰਿਵਾਰ ਹੈ। ਚਲੋ ਇਸ ਟਾਈਮ ਸਿਕਿਉਰਿਟੀ ਵੀ ਇਹਨਾਂ ਕੋਲ, ਸਰਮਾਇਆ ਵੀ, ਸਾਰਾ ਕੁਝ, ਤੇ ਜਿਹੜਾ ਸਧਾਰਨ ਬੰਦਾ, ਜਨ ਸਧਾਰਨ ਉੱਥੇ ਮੌਕੇ ਦਾ ਗਵਾਹ ਹੈ, ਉਹਦੇ ਵਾਸਤੇ ਤੇ ਬੜਾ ਔਖਾ ਹੋ ਜਾਏਗਾ ਨਾ। ਸੋ ਇਸ ਕਰਕੇ ਪੁਲਿਸ ਨੂੰ ਇਸ ਪੱਖ ਤੋਂ ਵੀ ਵੇਖਣਾ ਪਏਗਾ, ਅਦਾਲਤ ਨੂੰ ਖਾਸ ਤੌਰ ਤੇ, ਕਿ ਜਿਹੜੇ ਗਵਾਹ ਨੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਇੰਤਜ਼ਾਮ ਜਿਹੜੇ ਆ ਉਹ ਅਦਾਲਤ ਕਰਨ ਦੇ ਹੁਕਮ ਦੇ ਸਕਦੀ ਆ, ਤਾਂ ਪੁਲਿਸ ਉਹ ਤੋਂ ਪਹਿਲਾਂ ਹੀ ਕਰ ਲਵੇ ਤੇ ਠੀਕ ਰਹੇ। ਹਾਂਜੀ, ਨਹੀਂ ਬਿਲਕੁਲ ਜੀ, ਆਲਰੇਡੀ ਉਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪਿਆ ਆ, ਸਿਕਿਉਰਿਟੀ 'ਚ ਕੀਤੀ ਜਿਹੜੀ ਉਹ ਢਿੱਲ ਆ ਉਸ ਨੂੰ ਲੈ ਕੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਯਾਦਵ ਬਣੇ ਰਹਿਣਗੇ ਡੀਜੀਪੀ, ਭਵਰਾਂ ਹੁਣੀ ਜਾਣਗੇ ਦੂਜੇ ਪਾਸੇ। ਬਿਲਕੁਲ ਯਾਦਵ ਹੀ ਬਣੇ ਰਹਿਣਗੇ। ਇਹਦਾ ਇੱਕ ਕਹਿ ਲਓ ਕਿ ਹੁਣ ਪੱਖ ਹੈ ਜਿਹੜਾ ਉਹ ਇਹ ਆ, ਤੁਹਾਨੂੰ ਯਾਦ ਹੋਣਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਨਾਲ ਦੀ ਨਾਲ ਜਦ ਭਾਮਰਾ ਸਾਹਿਬ ਨੂੰ ਭੇਜ ਦਿੱਤਾ ਗਿਆ ਸੀਗਾ ਛੁੱਟੀ ਤੇ। ਛੁੱਟੀ ਤੇ ਭੇਜ ਦੇਣ ਦਾ ਮਤਲਬ ਕੀ ਹੁੰਦਾ ਹੈ, ਸਰਕਾਰ ਹੀ ਕਹਿ ਦਿੰਦੀ ਹੈ ਕਿ ਚਲੋ ਜੀ ਤੁਸੀਂ ਜਾਓ, ਥੋੜਾ ਆਰਾਮ ਕਰੋ। ਹੁਣ ਕੀ ਹੈ ਕਿ ਇੱਕ ਕਾਇਦਾ ਕਾਨੂੰਨ ਆ, ਕੱਲ ਵੀ ਸ਼ਾਇਦ ਗੱਲ ਆਪਾਂ ਕਰਦੇ ਸਾਂ ਕਿ UPSC ਜਿਹੜਾ ਪੈਨਲ ਭੇਜਦੀ ਹੈ ਸ਼ਾਰਟਕਟ ਕਰਕੇ, ਜਿਹੜਾ ਤੁਸੀਂ ਬਾਅਦ ਦੇ ਵਿੱਚ ਕਰ ਲਿਆ, ਉਹਨੂੰ DGP ਲਾ ਦਿੱਤਾ, ਤਾਂ ਫਿਰ ਉਹਨੂੰ ਤੁਸੀਂ ਨਹੀਂ ਬਦਲ ਸਕਦੇ। ਜਿਹੜਾ UPSC ਨੇ ਜੋ ਵੀ ਉੱਥੇ ਕਰਕੇ ਭੇਜ ਦਿੱਤਾ, ਉਹ ਮਤਲਬ ਕਿ ਜੇ 6 ਭੇਜੇ ਤਾਂ ਉਹਨਾਂ ਨੇ 4 ਨਾਂ ਸਿਲੈਕਟ ਕਰਕੇ ਭੇਜ ਦਿੱਤੇ ਕਿ ਲਓ ਬਈ ਇਹਨਾਂ ਚੋਂ ਲਾ ਲਓ ਕੋਈ, ਜਿਹੜਾ ਲਾ ਲਿਆ ਫਿਰ ਤੁਸੀਂ ਨਿਯਮਾਂ ਦੇ ਮੁਤਾਬਕ ਲਾ ਲਓ ਕਿ 2 ਸਾਲ ਉਹਨੂੰ ਹਟਾ ਨਹੀਂ ਸਕਦੇ ਉਹਦੇ ਤੋਂ। ਤੇ ਵੈਸੇ ਤੁਹਾਨੂੰ ਯਾਦ ਹੋਏਗੀ ਮਿਸਾਲ ਚਰਨਜੀਤ ਚੰਨੀ ਸਰਕਾਰ ਦੀ, ਕਿ ਜਦੋਂ ਇਕਬਾਲ ਪ੍ਰੀਤ ਸਹੋਤਾ ਜੀ ਨੂੰ ਲਾ ਦਿੱਤਾ ਗਿਆ ਸੀ, ਯਾਦ ਹੈ ਨਾ ਤੁਹਾਨੂੰ ਉਸ ਵੇਲੇ ਕੀ ਹੋਇਆ ਸੀਗਾ। ਤਾਂ ਠੀਕ, ਉਸ ਵੇਲੇ ਵੀ ਇਹੀ ਚੱਕਰ ਪੈ ਗਿਆ ਸੀਗਾ ਕਿ ਉਦੋਂ ਸਿੱਧੂ ਸਾਹਿਬ ਜਿਹੜੇ ਵਿਟਰ ਗਏ ਸਨ,
ਸਿੱਧੂ ਸਾਹਿਬ ਜਿਹੜੇ ਸੀਗੇ ਉਹ ਉਸ ਵੇਲੇ ਵਿਟਰ ਗਏ ਸੀਗੇ। ਤਾਂ ਉਹਨਾਂ ਨੇ ਫਿਰ ਕੀ ਕੀਤਾ ਸੀਗਾ ਕਿ ਉਦੋਂ ਹੱਲ ਇਹੀ ਕੱਢਿਆ ਸੀਗਾ, ਮਤਲਬ ਜਦੋਂ ਸਾਰਾ ਕੁਝ ਇਹਨਾਂ ਦਾ ਵਿਗੜ ਗਿਆ ਕੰਮ, ਤਾਂ ਉਹਨਾਂ ਨੇ ਇੱਕ ਨੂੰ ਹਾਊਸਿੰਗ ਕਾਰਪੋਰੇਸ਼ਨ ਚ ਭੇਜ ਦਿੱਤਾ ਗਿਆ ਸੀ। ਇਹਨਾਂ ਦੀ ਨਾ ਪੁਲਿਸ ਦੀ ਇੱਕ ਬ੍ਰਾਂਚ ਆ ਹਾਊਸਿੰਗ ਕਾਰਪੋਰੇਸ਼ਨ। ਤਾਂ ਜਦੋਂ ਹੁਣ ਇਹਨਾਂ ਨੇ ਉੱਥੇ ਭੇਜ ਦਿੱਤਾ ਤਾਂ ਫਿਰ ਦੂਸਰੇ ਜਿਹੜੇ ਡੀਜੀਪੀ ਸੀਗੇ ਉਹਨਾਂ ਨੂੰ, ਮਤਲਬ ਕਿ ਇਹ ਹੋਇਆ ਕੀ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਜਿੱਤ ਤੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਲਾਇਆ ਗਿਆ ਸੀ। ਆ ਗਿਆ ਨਾ ਯਾਦ ਤੁਹਾਨੂੰ ਵੀ ਤੇ ਮੈਨੂੰ ਵੀ। ਤਾਂ ਜਿਹੜੇ ਇਕਬਾਲਪ੍ਰੀਤ ਸੋਹਤਾ ਸੀਗੇ ਉਹਨਾਂ ਨੂੰ ਬਾਅਦ ਦੇ ਵਿੱਚ ਉਧਰ ਨੂੰ ਕਰ ਦਿੱਤਾ ਗਿਆ। ਪਰਮਾਨੈਂਟ ਡੀਜੀਪੀ ਜਿਹੜੇ ਸੀਗੇ ਦਿਨਕਰ ਗੁਪਤਾ, ਉਹਨਾਂ ਨੂੰ ਫਿਰ ਜਿਹੜੇ ਪਰਮਾਨੈਂਟ ਡੀਜੀਪੀ ਸੀ ਪਹਿਲਾਂ, ਤਾਂ ਉਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਕਰ ਦਿੱਤਾ ਗਿਆ ਸੀ। ਫਿਰ ਜਿੱਥੋਂ ਉਹ ਕੇਂਦਰ ਦੇ ਡੈਪੂਟੇਸ਼ਨ ਤੇ ਚਲੇ ਗਏ ਸੀ, ਅੱਜ ਕੱਲ ਤੇ ਉਹ ਸੈਂਟਰ ਦੀ ਏਜੰਸੀ ਦੇ ਹੈਡ ਨੇ, ਨਜ਼ਾਰੇ ਲੈਂਦੇ ਆ। ਤਾਂ ਇਹੀ ਸੇਮ ਕਹਿ ਲਓ ਕਿ ਇਸ ਵੇਲੇ ਵਤੀਰਾ ਜਿਹੜਾ ਉਹ ਆਮ ਆਦਮੀ ਪਾਰਟੀ ਸਰਕਾਰ ਦਾ ਹੈ ਕਿ ਭਾਵਰਾ ਸਾਹਿਬ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਬਾਈ ਤੁਸੀਂ ਦੇਖ ਲਓ ਇੱਧਰ ਉੱਧਰ ਡੈਪੂਟੇਸ਼ਨ ਤੇ। ਜਦੋਂ ਨਹੀਂ ਜਾ ਸਕੇ ਤਾਂ ਫਿਰ ਉਹਨਾਂ ਕਿਹਾ ਮੈਂ ਤਾਂ ਵਾਪਸ ਆਊਂਗਾ। ਹੁਣ ਉਹਨਾਂ ਨੂੰ ਇੱਧਰ ਬਿਠਾ ਨਹੀਂ ਸਕਦੇ, ਤਾਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਫਿਰ ਨੋਟਿਸ ਭੇਜ ਦਿਆਂਗੇ, ਤੁਹਾਡਾ ਦਾਬਾ ਸ਼ਾਬਾ ਲੱਗ ਜਾਂਦਾ ਅੱਜ ਕੱਲ ਅਫਸਰਾਂ ਨੂੰ। ਤਾਂ ਹੁਣ ਉਹਨਾਂ ਵਾਸਤੇ ਦੂਸਰਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਊਸਿੰਗ ਕਾਰਪੋਰੇਸ਼ਨ ਦਾ ਜਿਹੜਾ ਉਹ ਅਹੁਦਾ ਦੱਸ ਦਿੱਤਾ ਕਿ ਤੁਸੀਂ ਹੁਣ ਉੱਧਰ ਜਾ ਕੇ ਬੈਠੋ। ਯਾਨੀ ਡੀਜੀਪੀ ਜਿਹੜੇ ਆ ਉਹ ਯਾਦਵ ਸਾਹਿਬ ਹੀ ਰਹਿਣਗੇ, ਪਰ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਯਮਾਂ ਨੂੰ ਬਾਈਪਾਸ ਕਰਨ ਦਾ ਤਰੀਕਾ ਹੈ। ਜੀ 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 ਬਿਲਕੁਲ। ਤੇ ਸਰੋਤਿਓ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਸਵਾਲ ਮਿੰਟੂ ਜੀ ਨੂੰ ਜਿਹੜੇ ਉਹ ਪੁੱਛ ਸਕੋਗੇ। ਹਰਿਆਣਾ ਦੀ ਵੱਖਰੀ ਕਮੇਟੀ ਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ। ਹਾਂਜੀ, ਇਹ ਸੁਪਰੀਮ ਕੋਰਟ ਚ ਮਾਮਲਾ ਚਲੇ ਗਿਆ ਸੀਗਾ, ਤਾਂ ਇਹਦੇ ਵਿੱਚ ਜ਼ਿਰਾ ਜਿਹੜੀ ਆ ਉਹ ਪੂਰੀ ਹੋ ਚੁੱਕੀ ਆ, ਜ਼ਿਰਾ ਪੂਰੀ ਹੋ ਗਈ ਆ। ਹੁਣ ਕਿਸੇ ਵੇਲੇ ਵੀ ਫੈਸਲਾ ਆ ਸਕਦਾ ਹੈ। ਤਾਂ ਇਹ ਤੁਹਾਨੂੰ ਪਤਾ ਹੀ ਹੈ 2014 ਦੀ ਗੱਲ ਹੈ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ, ਨੇ ਕਿਹਾ ਜੇ ਅਜਿਹਾ ਹੋਇਆ ਤੇ ਮੈਂ ਸ਼ਹੀਦੀ ਦੇ ਦਿਆਂਗਾ, ਇਹ ਨਹੀਂ ਹੋਣਾ ਚਾਹੀਦਾ। ਤੇ ਫਿਰ ਤੁਹਾਨੂੰ ਪਤਾ ਹੀ ਆ ਅਜਿਹਾ ਹੋ ਵੀ ਗਿਆ ਤੇ ਸਾਰਾ ਕੁਝ ਫਿਰ ਅੱਗੇ ਚੱਲਿਆ ਸੀਗਾ। ਤਾਂ ਖੈਰ ਮਾਮਲਾ ਸੁਪਰੀਮ ਕੋਰਟ ਚ ਖੜਿਆ ਗਿਆ। ਸੁਪਰੀਮ ਕੋਰਟ ਦੇ ਵਿੱਚ ਇਹ ਲੰਬੀ ਚੱਲ ਰਹੀ ਸੀ ਸੁਣਵਾਈ, ਤੇ ਇਹਦਾ ਅੰਤ ਹੋ ਗਿਆ 29 ਅਗਸਤ ਨੂੰ। 24 ਤੇ 25 ਅਗਸਤ ਨੂੰ ਬਹਿਸ ਪੂਰੀ ਕਰ ਦਿੱਤੀ ਸੀ। 29 ਅਗਸਤ ਨੂੰ ਜਿਹੜੀਆਂ ਸੰਬੰਧਿਤ ਧਿਰਾਂ ਹੁੰਦੀਆਂ ਉਹਨਾਂ ਵੱਲੋਂ ਲਿਖਤੀ ਜਵਾਬ ਦਾਖਲ ਕਰ ਦਿੱਤੇ ਗਏ। ਮਤਲਬ ਕਿ ਫਿਨਿਸ਼ਿੰਗ ਹੋ ਗਈ ਇੱਕ ਵਾਰੀ ਸਭ, ਜਾਂ ਕਹਿ ਲਓ ਕਿ ਤਮਾਮ ਬਹਿਸ ਜਿਹੜੀ ਆ ਉਹ ਇੱਥੇ ਆ ਕੇ ਰੁਕ ਗਈ। ਹੁਣ ਦੇਖਣਾ ਇਹ ਹੋਏਗਾ ਕਿ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਆਉਂਦਾ ਹੈ ਜਾਂ ਐਸਜੀਪੀਸੀ ਦੇ ਹੱਕ ਵਿੱਚ ਆਉਂਦਾ ਹੈ। ਸਭ ਨੂੰ ਮਸਲੇ ਦਾ ਪਤਾ ਹੀ ਹੈ ਕਿ ਉਹਨਾਂ ਨੇ ਆਪਣੀ ਕਮੇਟੀ ਅਲੱਗ ਕਰ ਲਈ ਸੀ। ਐਸਜੀਪੀਸੀ ਨੇ ਕਿਹਾ ਕਿ ਅਜਿਹਾ ਕਰਨਾ ਇਹ ਕਿਤੇ ਨਾ ਕਿਤੇ ਉਲੰਘਣ ਹੈ। ਉਹ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਕਾਨੂੰਨ ਦਾ ਉਲੰਘਣ ਮੰਨਿਆ ਜਾਂਦਾ ਹੈ ਜਾਂ ਨਹੀਂ ਮੰਨਿਆ ਜਾਂਦਾ। ਤਾਂ ਜੇ ਉਹ ਫੈਸਲਾ ਆ ਜਾਂਦਾ ਹੈ, ਮਤਲਬ ਕਿਸੇ ਵੀ ਹੱਕ ਚ ਆ ਜਾਂਦਾ ਹੈ, ਤਾਂ ਇਹਦੇ ਨਾਲ ਇੱਕ ਚੀਜ਼ ਹੋਰ ਹੋ ਜਾਏਗੀ ਕਿ ਐਸਜੀਪੀਸੀ ਦੀ ਚੋਣ ਵਾਸਤੇ ਜਿਹੜਾ ਕਾਨੂੰਨੀ ਅੜਿੱਕਾ ਹੈ ਉਹਦੇ ਵਿੱਚ ਵੀ ਇਹ ਜਿਹੜੀ ਰੁਕਾਵਟ ਦੂਰ ਹੋ ਜਾਏਗੀ, ਰੁਕਾਵਟ ਦੂਰ ਹੋ ਜਾਏਗੀ। ਫਿਰ ਇੱਕ ਅੱਧਾ ਕੇਸ ਸ਼ਾਇਦ ਮੇਰੇ ਖਿਆਲ ਦੇ ਨਾਲੋਂ ਜੋ ਸਹਿਜਧਾਰੀਆਂ ਵਾਲਾ ਸੀਗਾ ਉਹ ਭਾਵੇਂ ਪਿਆ ਹੋਵੇ, ਬਾਕੀ ਤਾਂ ਮੈਨੂੰ ਲੱਗਦਾ ਕਿ ਸਾਰੇ ਫਿਰ ਨਿਬੜ ਜਾਣਗੇ। ਤਾਂ ਇਹਦਾ ਅਰਥ ਇਹੋ ਆ ਕਿ ਜਿਸ ਤਰੀਕੇ ਨਾਲ ਇਹ ਕੇਸ ਸੁਣਵਾਈ ਤੇ ਪਹੁੰਚ ਗਿਆ, ਫਿਰ ਉਸ ਤੋਂ ਬਾਅਦ ਬਹਿਸ ਹੋ ਚੁੱਕੀ ਆ, ਜਵਾਬ ਦਾਖਲ ਹੋ ਚੁੱਕੇ ਆ, ਤਾਂ ਦਾਦੂਵਾਲ ਸਾਹਿਬ ਜਿਸ ਤਰੀਕੇ ਨਾਲ ਉੱਥੇ ਦੇਖ ਰਹੇ ਸੀਗੇ, ਮੈਂ ਕੁਝ ਖਬਰਾਂ ਉਧਰ ਦੀਆਂ ਪੜ੍ਹੀਆਂ ਰਿਆਣੇ ਦੀਆਂ, ਕਿ ਬਹੁਤ ਉਹਨਾਂ ਨੇ ਪਰਸਨਲੀ ਇਹਦੇ ਚ ਕਹਿ ਲਓ ਕਿ ਰੁਚੀ ਦਿਖਾਈ ਇਸ ਮਾਮਲੇ ਚ। ਤਾਂ ਉਹ ਵੀ ਸ਼ਾਇਦ ਇਹ ਚਾਹੁੰਦੇ ਕਿ ਜਲਦੀ ਜਲਦੀ ਫੈਸਲਾ ਆ ਜਾਵੇ ਤੇ ਉਸ ਤੋਂ ਬਾਅਦ ਫਿਰ ਜਲਦੀ ਜਲਦੀ ਅਸੀਂ ਐਸਜੀਪੀਸੀ ਨੂੰ ਦੇਖੀਏ ਕਿ ਜਾ ਕੇ ਇੱਥੇ ਕੀ ਬਣਦਾ ਹੈ, ਕਿਉਂਕਿ ਚੋਣਾਂ ਦਾ ਰਸਤਾ ਜਿਹੜਾ ਉਹ ਪੱਧਰਾ ਹੋ ਜਾਏਗਾ ਇਸ ਫੈਸਲੇ ਤੋਂ ਬਾਅਦ। ਪਰ ਦੇਖਣ ਵਾਲੀ ਗੱਲ ਪਹਿਲਾਂ ਇਹ ਹੋਏਗੀ ਕਿ ਫੈਸਲਾ ਆਉਂਦਾ ਕਿਸ ਦੇ ਹੱਕ ਦੇ ਵਿੱਚ ਹੈ। ਜੀ ਜੀ ਬਿਲਕੁਲ। ਸੋ ਸਰੋਤਿਓ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਆ ਮਿੰਟੂ ਜੀ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਤੁਸੀਂ ਮਿੰਟੂ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਉਸ ਦੇ ਬਾਰੇ ਤੁਸੀਂ ਸਵਾਲ ਕਰ ਸਕੋਗੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਕਰਦੇ ਹਾਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ 408272 4082725220 ਦੇ ਉੱਤੇ ਕਾਲ ਕਰ ਸਕਦੇ ਹੋ। ਆਓ ਆਪਣੇ ਕਾਲਰਸ ਨਾਲ ਕਰਦੇ ਹਾਂ ਜੀ ਗੱਲਬਾਤ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਕਿ ਹੁਣ ਸੁਖਬੀਰ ਬਾਦਲ ਦਾ ਇੱਕ ਬਿਆਨ ਆਇਆ ਜਿਹੜਾ ਉਹ BJP ਦੇ ਲੀਡਰ ਸ਼ਖਾਵਤ ਦੇ ਬਿਆਨ ਨੂੰ ਕਾਊਂਟਰ ਕਰਨ ਲਈ, ਉਹ ਇਸ ਤਰ੍ਹਾਂ ਦਾ ਬਿਆਨ ਜਿਸ ਤਰ੍ਹਾਂ ਅਕਾਲੀ ਦਲ ਪਹਿਲਾਂ ਬਿਆਨ ਦਿੰਦਾ ਹੁੰਦਾ ਜਾਂ ਆਸ ਰੱਖੀ ਜਾਂਦੀ ਹੈ ਅਕਾਲੀ ਦਲ ਤੋਂ, ਬਿਲਕੁਲ ਉਸੇ ਤਰ੍ਹਾਂ ਦਾ ਉਹਨਾਂ ਨੇ ਬਿਆਨ ਦਿੱਤਾ। ਔਰ ਹਰ ਇੱਕ ਜਿਹੜਾ ਪੰਜਾਬੀ ਪੱਖੀ ਕੋਈ ਲੀਡਰ ਆ, ਆਪਾਂ ਇਸੇ ਤਰ੍ਹਾਂ ਦੇ ਬਿਆਨ ਦੀ ਆਸ ਰੱਖਦੇ ਹਾਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਸਤਾ ਰਹਿੰਦਿਆਂ ਤਾਂ ਕਦੇ ਇਹਨਾਂ ਨੇ ਇਸ ਤਰ੍ਹਾਂ ਦੇ ਮਸਲੇ ਚੱਕੇ ਨਹੀਂ। ਜਿਵੇਂ ਹੁਣ ਅਕਾਲੀ ਦਲ ਆਪਦਾ ਪੰਥਕ ਤੇ ਪੰਜਾਬ ਦਾ ਏਜੰਡਾ ਲੈ ਕੇ ਅੱਗੇ ਵਧ ਰਿਹਾ, ਕਿ ਲੋਕ ਸੁਖਬੀਰ ਬਾਦਲ ਤੇ ਜਾਂ ਪੂਰੇ ਅਕਾਲੀ ਦਲ ਤੇ ਹੁਣ ਬਲੀਵ ਕਰਨਗੇ ਜੀ? ਇਹ ਸਵਾਲ ਹੈ ਜੀ। ਨਹੀਂ ਜੀ, ਬੜਾ ਮੁਸ਼ਕਲ ਹੈ, ਬੜਾ ਮੁਸ਼ਕਲ ਹੈ। ਇਹਨਾਂ ਚੀਜ਼ਾਂ ਨੇ ਨੁਕਸਾਨ ਕੀਤਾ। ਜਦੋਂ ਤੁਸੀਂ ਸਿਆਸਤ ਦੇ ਵਿੱਚ ਖਾਸ ਤੌਰ ਤੇ ਕਹਿ ਲਓ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਆਈਡੀਓਲੋਜੀਕਲੀ ਕਨਫਿਊਜ਼ ਹੋ ਜਾਵੋ ਜਾਂ ਫੇਲ ਹੋ ਜਾਵੋ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਹੈ, ਬਹੁਤ ਔਖਾ ਹੋ ਜਾਂਦਾ ਹੈ। ਤਾਂ ਉਦਾਂ ਬਿਆਨ ਹੁਣ ਤੁਸੀਂ ਮੈਨੂੰ ਦੱਸੋ ਕਿ ਕਿਹੜਾ ਲੀਡਰ ਹੈ? ਭਾਜਪਾ ਵਾਲੇ ਵੀ ਏਦਾਂ ਕਰੋ, ਪੰਜਾਬ ਦੇ ਕਿਸੇ ਵੀ ਭਾਜਪਾ ਦੇ ਲੀਡਰ ਨੂੰ ਕਾਲ ਲਾ ਲਿਓ, ਨੰਬਰ ਤੁਹਾਨੂੰ ਆਨਲਾਈਨ ਮਿਲ ਜਾਣੇ ਆ। ਕਿਸੇ ਨੂੰ ਪੁੱਛ ਲਿਓ ਕਿ ਤੁਹਾਡਾ ਪਾਣੀਆਂ ਤੇ ਕੀ ਸਟੈਂਡ ਹੈ, ਉਹ ਵੀ ਕਹੇਗਾ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੱਕ। ਕੌਣ ਬੋਲੇਗਾ ਤੁਸੀਂ ਮੈਨੂੰ ਦੱਸੋ? ਉਹ ਸਾਰੇ ਹੀ ਬੋਲਣਗੇ। ਉਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਣ। ਤਾਂ ਮੈਂ ਅੱਗੇ ਇਹਨਾਂ ਦਾ ਬਿਆਨ ਆਇਆ ਸੀ, ਪੰਜਾਬੀ ਯੂਨੀਵਰਸਿਟੀ ਵੀ ਕਹਿੰਦੇ ਸਾਡੀ ਹੈ ਜੀ, ਪੰਜਾਬ ਯੂਨੀਵਰਸਿਟੀ ਵੀ ਸਾਡੀ ਹੈ ਜੀ, ਪਾਣੀ ਵੀ ਸਾਡਾ ਭਾਜਪਾ ਵਾਲੇ। ਤੇ ਮੈਂ ਕਿਹਾ ਜਾਓ ਫਿਰ ਨਰਿੰਦਰ ਮੋਦੀ ਨੂੰ ਇਹ ਗੱਲ ਕਹੋ ਨਾ। ਸਾਨੂੰ ਕਿਉਂ ਦੱਸ ਰਹੇ? ਸਾਨੂੰ ਤੇ ਪਤਾ ਹੈ। ਤੇ ਇਸ ਕਰਕੇ ਜਿਹੜੇ ਵੀ ਲੀਡਰ ਨੇ, ਕਿਉਂਕਿ ਰਾਜਨੀਤੀ ਕਰਨੀ ਹੈ ਉਰੇ ਪੰਜਾਬ 'ਚ, ਉਹ ਤਾਂ ਫਿਰ ਬੋਲੇਗਾ। ਪਰ ਅਕਾਲੀ ਦਲ ਬਿਲਕੁਲ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਗੱਲ ਕਰਦਾ ਹੈ। ਪਰੰਤੂ ਇਹ ਹੈ ਕਿ ਹਾਲੇ ਵੀ ਜੇ ਤੁਸੀਂ ਦੇਖੋਗੇ ਤਾਂ ਫਿਰ ਜਿਹੜਾ ਕੋਰ ਏਜੰਡਾ ਹੈ ਪਾਰਟੀ ਦਾ, ਉਹਦੇ ਤੇ ਹਾਲੇ ਪਰਤਣਾ ਬਾਕੀ ਹੈ। ਜਿਹੜਾ ਪਹਿਲਾਂ ਹੁੰਦਾ ਸੀ ਅਨੰਦਪੁਰ ਸਾਹਿਬ ਮਤੇ ਤੋਂ ਲੈ ਕੇ ਜਾਂ ਹੋਰ ਗੱਲਾਂ ਨੇ ਜਿਹੜੀਆਂ। ਸੋ ਇਸ ਕਰਕੇ ਹਾਲ ਦੀ ਘੜੀ ਕਹਿ ਲਓ ਕਿ ਫੈਸਲੇ ਉਹਨਾਂ ਨੇ ਲਏ ਨੇ, ਕੁਛ ਪੈਂਤਲੇ ਬਦਲੇ, ਉਹਨਾਂ ਦਾ ਨਤੀਜਾ ਯਕਦਮ ਰਾਤੋਂ ਰਾਤ ਨਹੀਂ ਆਏਗਾ। ਜੀ ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਮਿੰਟੂ ਜੀ, ਛੋਟਾ ਜਿਹਾ ਸਵਾਲ ਆ। ਜਿਹੜਾ ਫੈਡਰਲ ਗੌਰਮੈਂਟ ਇੰਡੀਆ ਦੀ ਇਹ ਜਿਵੇਂ ਡੀਜ਼ਲ ਤੇ ਪੈਟਰੋਲ ਤੇ GST ਨਹੀਂ ਲਾ ਰਹੀ, ਇਹਦੇ ਵਿੱਚ ਇਹਦਾ ਕੀ ਫਾਇਦਾ? ਜੇ ਲਾ ਦੇਵੇ ਤਾਂ ਕੀ ਨੁਕਸਾਨ ਆ? ਪਲੀਜ਼ ਦੱਸਿਓ ਜੀ। ਨਹੀਂ ਜੀ, ਉਹਦੇ 'ਚ ਰਾਜ ਨਹੀਂ ਚਾਹੁੰਦੇ, ਸਟੇਟ ਨਹੀਂ ਸੀ ਚਾਹੁੰਦੇ। ਜਦੋਂ GST ਲਾਗੂ ਹੋਈ ਹੈ ਨਾ, ਤਾਂ ਸਟੇਟ ਕਹਿੰਦੇ ਸਨ ਕਿ ਅਸੀਂ GST ਤੇ ਤਦ ਸਹਿਮਤ ਹੋਵਾਂਗੇ ਕਿ ਕੁਛ ਨਾ ਕੁਛ ਤਾਂ ਸਾਡੇ ਕੋਲ ਬਚੇ ਨਾ। ਤਾਂ ਫਿਰ ਲਿਕਰ, ਇਲੈਕਟ੍ਰਿਸਿਟੀ ਤੇ ਉਸ ਸਮੇਂ ਇਹ ਪੈਟਰੋਲ ਡੀਜ਼ਲ ਯਾਨੀ ਪੈਟਰੋ ਜੋ ਵੀ ਉਤਪਾਦ ਹੋ ਗਏ। ਤੇ ਇਸ ਤੋਂ ਇਲਾਵਾ ਇੱਕ ਹੋਰ ਸੀਗਾ, ਸ਼ਾਇਦ ਕੋਈ ਰੀਅਲ ਅਸਟੇਟ ਦਾ ਸੀ, ਪਰ ਬਾਅਦ ਦੇ ਵਿੱਚ ਉਹ ਬਦਲ ਦਿੱਤਾ ਗਿਆ ਸੀ। ਅੱਜ ਵੀ ਜੇ ਤੁਸੀਂ ਦੇਖੋਗੇ ਸ਼ਰਾਬ ਦੇ ਰੇਟ ਵੀ ਅਸੀਂ ਤੈਅ ਕਰ ਸਕਦੇ ਹਾਂ। ਪੈਟਰੋਲ ਡੀਜ਼ਲ ਤੇ ਵੈਟ ਜਿਹੜਾ ਟੈਕਸ ਹੈ ਉਹ ਅਸੀਂ ਤੈਅ ਕਰ ਸਕਦੇ ਹਾਂ, ਕਿਉਂਕਿ GST ਉਹ ਨਹੀਂ ਲਾਉਂਦੇ। ਉਹਦੇ 'ਚ ਸਟੇਟਾਂ ਨੇ ਉਸ ਟਾਈਮ ਜ਼ੋਰ ਦਿੱਤਾ ਸੀਗਾ ਕਿ ਕੁਛ ਨਾ ਕੁਛ ਤਾਂ ਬਈ ਸਾਨੂੰ ਜਿਹੜੀ ਟੈਕਸ ਦੀ ਜਿਹੜੀ ਖੁਦ ਮੁਖਤਿਆਰੀ ਉਹ ਹੋਣੀ ਚਾਹੀਦੀ ਹੈ। ਜੀ ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਨਾ ਮੈਂ ਖਬਰ ਪੜ੍ਹੀ ਏ ਵੀ ਸਰਦਾਰ ਭਗਤ ਸਿੰਘ ਨੂੰ ਸ਼ਹੀਦੀ ਦਾ ਦਰਜਾ ਦੇਣ ਵਾਲੀ ਪਟੀਸ਼ਨ ਪਾਈ ਗਈ ਸੀ ਪੰਜਾਬ ਹਰਿਆਣੇ ਕੋਰਟ 'ਚ, ਉਹਨੇ ਰੱਦ ਕਰ ਦਿੱਤੀ ਹੈ। ਇਹ ਵੀ ਮੇਰੀ ਨੌਲੇਜ ਵੀ ਇਸ ਤੋਂ ਪਹਿਲਾਂ ਦਿੱਲੀ ਕੋਰਟ ਦੇ ਵੀ ਇੱਕ ਪਟੀਸ਼ਨ ਪਾਈ ਗਈ ਸਰਦਾਰ ਭਗਤ ਸਿੰਘ ਸ਼ਹੀਦੀ ਦਾ ਦਰਜਾ ਦੇਣ, ਉਹ ਵੀ ਰੱਦ ਹੋ ਗਈ ਸੀਗੀ। ਹੁਣ ਮੇਰਾ ਸਵਾਲ ਇਹ ਵੀ ਇਹ ਕੋਰਟਾਂ ਜੱਜ ਕਿਉਂ ਨਹੀਂ ਸਰਕਾਰ ਤੋਂ ਉਹਨਾਂ ਦਾ ਡਾਟਾ ਸਮਨ ਕਰਾਉਂਦੇ, ਨਿਰਣਾ ਕਰਦੇ ਵੀ ਭਗਤ ਸਿੰਘ ਸ਼ਹੀਦ ਸੀਗਾ ਜਾਂ ਨਹੀਂ ਸੀ ਸ਼ਹੀਦ? ਜਦੋਂ ਕੋਈ ਹੋਰ ਭਗਤ ਸਿੰਘ ਬਾਰੇ ਕੋਈ ਬਿਆਨ ਦਿੰਦਾ ਹੈ ਤੇ ਉਹਦੇ ਦੁਆਰੇ ਹਾਹਾਕਾਰ ਮੱਚ ਜਾਂਦੀ ਹੈ, ਉਹਦਾ ਮੂੰਹ ਕਾਲਾ ਕਰ ਦਾਂਗੇ, ਉਹਦੀ ਪੱਗ ਲਾ ਦਾਂਗੇ, ਇਹਨਾਂ ਨਾਮ ਦਿਆਂਗੇ। ਹੁਣ ਮੇਰਾ ਵੀ ਉਹ ਲੋਕ ਹੁਣ ਕਿਉਂ ਨਹੀਂ ਸੰਘਰਸ਼ ਦੁਬਾਰਾ ਸ਼ੁਰੂ ਕਰਦੇ ਭਗਤ ਸਿੰਘ ਨੂੰ ਸ਼ਹੀਦੀ ਦਾ ਦਰਜਾ ਦਿਵਾਉਣ ਵਾਸਤੇ? ਜਿੱਥੋਂ ਤੱਕ ਮੇਰਾ ਸਰਦਾਰ ਸਾਹਿਬ, ਜਿੱਥੋਂ ਤੱਕ ਮੇਰਾ ਮੰਨਣਾ ਹੈ ਨਾ ਵੀ ਭਗਤ ਸਿੰਘ ਨੂੰ ਸਿੱਖ ਧਰਮ ਦਾ ਵੱਡਾ ਹਿੱਸਾ ਸ਼ਹੀਦ ਬਣਦਾ ਹੈ, ਪਰ ਉਹਦਾ ਇੱਕ ਇਤਰਾਜ਼ ਇੱਕ ਤਾਂ ਉਹ ਸ਼ਹੀਦੇ ਆਜ਼ਮ ਕਹਿਣਾ ਗਲਤ ਹੈਗਾ, ਕਿਉਂਕਿ ਸਰਦਾਰ ਕਪੂਰ ਸਿੰਘ ਵੀ ਸਾਚੀ ਕਿਹਾ ਜਿਹੜਾ ਸ਼ਹੀਦੇ ਆਜ਼ਮ ਹੁੰਦਾ ਨਾ, ਉਹ ਸ਼ਹੀਦਾਂ ਦਾ ਸਰਤਾਜ ਹੁੰਦਾ। ਸਾਡੇ ਲਈ ਜਿਹੜਾ ਸਰਤਾਜ ਗੁਰੂ ਅਰਜਨ ਦੇਵ ਜੀ ਨੇ,
ਇਸ ਕਰਕੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਆਪਣੇ ਲੋਕਾਂ ਨੂੰ ਹੋਣੀ ਚਾਹੀਦੀ। ਥੈਂਕ ਯੂ ਬਾਕੀ ਜੀ। ਮੈਂ ਆ ਦੱਸ ਦੇਣਾ ਵੀ ਜੀ, ਸ਼ਹੀਦ ਜੀ। ਭਗਤ ਸਿੰਘ ਦੀ ਫੋਟੋ ਮੇਰੇ ਘਰ ਲੱਗੀ ਹੋਈ ਹੈ ਤੇ ਬੜਾ ਸਤਿਕਾਰ ਹੁੰਦਾ ਜੀ। ਮਿਹਰਬਾਨੀ। ਥੈਂਕ ਯੂ ਜੀ। ਜੀ ਦੇਖੋ, ਮੈਂ ਕਪੂਰ ਸਿੰਘ ਔਰਾਲੀ ਸਾਖੀ ਤੇ ਨਹੀਂ ਜਾਵਾਂਗਾ ਕਿਉਂਕਿ ਉਹਨੂੰ ਵੀ ਕਾਊਂਟਰ ਕਰਨ ਵਾਲੇ ਬਹੁਤ ਸਵਾਲ ਕਰਦੇ। ਜੇ ਆਪਾਂ ਇਧਰ ਕਿਤਾਬਾਂ ਦੇ ਹਵਾਲਿਆਂ ਨਾਲ ਚੱਲਾਂਗੇ, ਸਰਦਾਰ ਜਸਵੀਰ ਸਿੰਘ ਜੀ ਤੱਕ ਬਹੁਤ ਵੱਡੀ ਬਹਿਸ ਛਿੜ ਜਾਏਗੀ। ਆਪਾਂ ਉਹਨਾਂ ਨੂੰ ਛੱਡ ਦਿੰਨੇ ਆ। ਜਿਹੜੀ ਇਹ ਕਰੰਟ ਸੁਣਵਾਈ ਹੋਈ ਆ, ਮੈਂ ਤੁਹਾਨੂੰ ਇਹਦਾ ਸਟੇਟਸ ਦੱਸ ਦਿੰਨਾ। ਕੋਰਟ ਨੇ ਕਿਹਾ ਪਟੀਸ਼ਨ ਕਰਤਾ ਨੂੰ, ਅਸੀਂ ਖਬਰ ਜਿਹੜੀ ਹੁੰਦੀ ਨਾ, ਸਾਡੇ ਮੀਡੀਆ ਦਾ ਇਹੀ ਨੁਕਸ ਆ। ਤੁਹਾਡੇ ਇਧਰਲੇ ਅਖਬਾਰ ਜਦੋਂ ਆਰਟੀਕਲ ਛਾਪਦੇ ਨੇ, ਸਟੋਰੀ ਕਰਦੇ ਨੇ, ਤਾਂ ਉਹ ਬੜਾ ਡਿਟੇਲਡ ਜਾਂਦੇ ਨੇ। ਸਾਡੇ ਕੀ ਆ ਕਿ ਸਾਡੇ ਵੱਧ ਤੋਂ ਵੱਧ ਖਬਰਾਂ ਕਰ ਲਈ, ਉਹਨੂੰ ਕੁਝ ਕਾਲਮ 2 ਕਾਲਮ ਚ ਸਮੇਟ ਦਿੰਦੇ। ਜਿੱਥੋਂ ਤੁਸੀਂ ਪੜ੍ਹੀ ਉੱਥੋਂ ਹੀ ਮੈਂ ਪੜ੍ਹੀ। ਉਹ ਕਾਲਮ 2 ਕਾਲਮ ਦੀ ਖਬਰ ਹੈ, ਉਹ ਪੱਲੇ ਕੁਝ ਨਹੀਂ ਪਾਉਂਦੀ। ਅਸਲ ਚ ਕੀ ਹੈ, ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਕਿਹਾ ਕਿ ਬਈ ਤੂੰ ਡਾਕੂਮੈਂਟ ਪੇਸ਼ ਕਰ ਦੇ ਜਿਹਦੇ ਤਹਿਤ ਅਸੀਂ ਦਰਜਾ ਦੇ ਸਕੀਏ। ਹੁਣ ਦੱਸੋ, ਕੋਰਟ ਨੇ ਥੋੜੀ ਨਾ ਕਿਸੇ ਨੂੰ ਦਰਜਾ ਦੇਣਾ। ਕੋਰਟ ਦਾ ਕੰਮ ਕੀ ਹੈ? ਜਸਵੀਰ ਸਿੰਘ ਜੀ, ਤੁਸੀਂ ਬਹੁਤ ਸਿਆਣੇ ਪੜ੍ਹੇ ਲਿਖੇ ਆਦਮੀ ਹੋ, ਸਾਡੇ ਸਤਿਕਾਰਯੋਗ ਹੋ। ਤੁਸੀਂ ਦੱਸੋ, ਕੋਰਟ ਦਾ ਕੰਮ ਕਾਨੂੰਨ ਬਣਾਉਣਾ ਹੈ ਕਿ ਕਾਨੂੰਨ ਨੂੰ ਵੇਖਣਾ ਪਾਲਣਾ ਹੈ? ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ, ਕਿਉਂਕਿ ਦਿੱਲੀ ਹਾਈ ਕੋਰਟ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਇਹੀ ਗੱਲ। ਔਰ ਆਰਟੀਆਈ ਪਾਈ ਹੋਈ ਸੀ ਕਿ ਕਿਸੇ ਨੇ 2014-15 ਚੋਂ, ਤੁਸੀਂ ਦੇਖੀ ਹੋਣੀ ਹੈ ਰਾਜਕਰਨਵੀਰ ਸਿੰਘ ਜੀ, ਬੜੀ ਵਾਇਰਲ ਹੋ ਜਾਂਦੀ ਕਈ ਵਾਰ ਉਹ ਕਟਿੰਗ, ਕਿ ਬਈ ਕੇਂਦਰ ਸਰਕਾਰ ਨੇ ਤਾਂ ਖੁਦ ਕਿਹਾ ਕਿ ਨਹੀਂ ਜੀ ਇਹੋ ਜਿਹਾ ਕੋਈ ਦਰਜਾ ਪ੍ਰਾਪਤ ਨਹੀਂ ਹੈ। ਸੋ ਜਦੋਂ ਕੇਂਦਰ ਸਰਕਾਰ ਕੋਲ ਹੀ ਐਸਾ ਕੋਈ ਕਾਇਦਾ ਕਾਨੂੰਨ ਨਹੀਂ ਹੈਗਾ, ਕੋਈ ਐਸੀ ਵਿਆਖਿਆ ਹੀ ਹੈ ਨਹੀਂ ਸ਼ਹੀਦਾਂ ਦੀ, ਤਾਂ ਫਿਰ ਹਾਈ ਕੋਰਟ ਕਿਵੇਂ ਕਹਿ ਸਕਦਾ ਕਿ ਫਲਾਣੇ ਨੂੰ ਤੁਸੀਂ ਸ਼ਹੀਦ ਮੰਨ? ਸੋ ਇਹ ਦਿੱਕਤ ਹੈ, ਟੈਕਨੀਕਲਿਟੀ ਇਸ ਮਾਮਲੇ ਦੀ ਇਹ ਹੈ। ਜੀ ਜੀ ਜੀ। ਉਦਾਂ ਕੋਈ ਵੈਸੇ ਸਰਕਾਰ ਦੇ ਕੋਲ ਹੈ ਅਖਤਿਆਰ ਕਿਸੇ ਨੂੰ ਵੀ ਇਦਾਂ ਨਹੀਂ, ਕਿਉਂਕਿ ਵਨਸਵੰਤਾ ਵਾਲਾ ਦੇਸ਼ ਹੈ। ਫਿਰ ਉੱਥੇ ਬਹੁਤ ਰੌਲਾ ਪੈ ਜਾਏਗਾ ਜੀ। ਉੱਥੇ ਆਦਿਵਾਸੀਆਂ ਦੇ ਆਪਣੇ ਸ਼ਹੀਦ ਨੇ, ਨਾਰਥ ਈਸਟ ਵਾਲਿਆਂ ਦੇ ਆਪਣੇ ਨੇ, ਬਿਲਕੁਲ ਸਿੱਖਾਂ ਦੇ ਆਪਣੇ ਆਪ ਹੈਗੇ ਨੇ। ਉਹ ਇਸ ਕਰਕੇ ਉਹ ਕਿਸੇ ਨੂੰ ਵੀ ਨਹੀਂ ਏਦਾਂ ਕਰ ਰਹੇ। ਤੇ ਮੈਂ ਤੁਹਾਨੂੰ ਹੋਰ ਦੱਸਦਾ, ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਜਿਹੜਾ ਕਹਿੰਦੇ, ਇਹ ਵੀ ਦਰਜਾ ਨਹੀਂ ਹੈਗਾ ਕੋਈ। ਅੱਛਾ, ਉਦਾਂ ਕੋਈ ਦਰਜਾ ਨਹੀਂ। ਨਾ ਜੀ, ਇਹ ਰਵਿੰਦਰਨਾਥ ਟੈਗੋਰ ਨੇ ਫਸਟ ਟਾਈਮ ਕਿਹਾ ਸੀ, ਸੁਭਾਸ਼ ਚੰਦਰ ਬੋਸ ਜੀ ਨੇ ਦੂਜੀ ਵਾਰੀ ਕਿਹਾ। ਠੀਕ ਆ। ਸੋ ਇਸ ਕਰਕੇ ਉਹ ਲਕਬ ਜੁੜਿਆ ਨਾਲ। ਐਸਾ ਕੋਈ ਕਿਸੇ ਨੂੰ ਦਰਜਾ ਨਹੀਂ ਹੈਗਾ। ਜੀ ਜੀ। ਦੀਪਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ ਨੇ ਮੈਂ ਸਵਾਲ ਪੁੱਛਣਾ ਸੀਗਾ ਵੀ ਜਿੱਦਾਂ ਹੁਣ ਆਪਣੇ ਪੰਜਾਬ ਚੋਂ ਮਾਈਗ੍ਰੇਸ਼ਨ ਹੋ ਰਹੀ ਹੈ, ਲੋਕੀ ਬਾਹਰ ਜਾ ਰਹੇ ਆ, ਇਸ ਕਰਕੇ ਮੈਨੂੰ ਲੱਗਦਾ ਮੇਰੇ ਕੋਲ ਡਾਟਾ ਤਾਂ ਨਹੀਂ ਹੋਣਾ, ਹੋ ਸਕਦਾ ਤੁਹਾਡੇ ਕੋਲ ਹੋਵੇ, ਹੋ ਸਕਦਾ ਸਿੱਖ ਮਾਈਨੋਰਿਟੀ ਰਹਿ ਜਾਣ। ਇਸ ਕਰਕੇ ਜਿਹੜੀਆਂ ਪੋਲੀਟੀਕਲ ਜਿਹੜੇ ਇਹ ਕੋਈ ਵੀ ਪਾਲਿਸੀਜ਼ ਬਣਾਉਂਦੇ ਆ, ਜਿੱਦਾਂ ਹੁਣ ਆਪਾਂ ਅਕਾਲੀ ਦਲ ਦੀ ਐਗਜ਼ਾਮਪਲ ਦੇ ਰਹੇ ਸੀਗੇ, ਇਹਨਾਂ ਨੇ ਆਪਦਾ ਜਿਹੜਾ ਕੀ ਕਾਨਫਰੰਸ ਕੀਤੀ ਆ ਜਾਂ ਮਤੇ ਪਾਏ ਆ, ਉਹ ਚੰਡੀਗੜ੍ਹ ਤੋਂ ਪਾਏ ਆ, ਨਾ ਕਿ ਅੰਮ੍ਰਿਤਸਰ ਤੋਂ। ਕਿਉਂਕਿ ਉਹ ਸਾਰਿਆਂ ਨੂੰ, ਕਿਉਂਕਿ ਹਿੰਦੀ ਦਾ ਹਰੇਕ ਨੇ ਜਿਹੜੀ ਵੀ ਰਾਜਨੀਤੀ ਪਾਰਟੀ ਹੁੰਦੀ ਹੈ, ਉਹਨਾਂ ਨੇ ਵੋਟ ਪੋਲਿਟਿਕਸ ਕਰਨੀ ਹੁੰਦੀ ਹੈ। ਇਹਨਾਂ ਨੇ ਬਥੇਰੇ ਸਰਵੇ ਕੀਤੇ ਹੋਣੇ ਆ ਵੀ ਕਿਹੜੀ ਜਾਤ ਦੇ, ਕਿਹੜੀ ਆਪਣੇ ਉਹ ਕਿੰਨੇ ਪਰਸੈਂਟੇਜ ਹੈਗੇ ਆ। ਤੇ ਇਸ ਕਰਕੇ ਕੀ ਗੱਲ ਵੀ ਜਿਹੜਾ ਪੰਜਾਬ 'ਚ ਸਾਰੀਆਂ ਪਾਲਿਸੀਜ਼ ਦਾ, ਖਾਸ ਕਰਕੇ ਜਿੱਦਾਂ ਆਪਾਂ ਕਹਿੰਦੇ ਪੰਥਕ ਰਾਜਨੀਤੀ ਖਤਮ ਹੁੰਦੀ ਜਾ ਰਹੀ ਹੈ, ਇਹਦਾ ਇੱਕ ਇਹ ਕਾਰਨ ਤਾਂ ਨਹੀਂ ਪੰਜਾਬ 'ਚੋਂ ਮਾਈਗ੍ਰੇਸ਼ਨ ਹੋ ਰਹੀ ਹੈ, ਜਿਹੜੇ ਸਿੱਖਾਂ ਦੀ ਮਾਈਗ੍ਰੇਸ਼ਨ ਜ਼ਿਆਦਾ ਹੋ ਰਹੀ ਹੈ? ਸੁਣ ਲੈਂਦੇ ਜੀ। ਦੇਖੋ, ਗੱਲ ਇਹ ਕਿ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਹੈ, ਉਹਦੇ ਵਿੱਚ ਤਾਂ ਹੁਣ ਕੁਝ ਐਸਾ ਕਿ ਉਹ ਵੀ ਜਾ ਰਹੇ ਨੇ ਜਿਨ੍ਹਾਂ ਦੀ ਵੋਟ ਹੀ ਨਹੀਂ ਬਣੀ ਹੁੰਦੀ, ਉਹ ਵੀ ਚਲੇ ਜਾਂਦੇ ਨੇ। ਤਾਂ ਗੱਲ ਇਹ ਹੈ ਕਿ ਇੱਥੇ ਹੁਣ ਜਦੋਂ ਮਰਦਮਸ਼ੁਮਾਰੀ ਹੋਏਗੀ, ਕਿਉਂਕਿ 2011 ਤੋਂ ਬਾਅਦ ਇੱਥੇ ਮਰਦਮਸ਼ੁਮਾਰੀ ਹੋਈ ਨਹੀਂ ਹੈ, ਐਗਜ਼ੈਕਟ ਆਪਾਂ ਨੂੰ ਉਦੋਂ ਪਤਾ ਲੱਗੇਗਾ। ਤੇ ਬਾਕੀ ਮੈਨੂੰ ਇਉਂ ਲੱਗਦਾ ਕਿ ਸਿੱਖਾਂ ਦੀ ਵਸੋਂ ਘਟੇਗੀ ਤੇ ਉਸਦੇ ਮੁਕਾਬਲੇ ਹਿੰਦੂ ਭਾਈਚਾਰੇ ਦੀ ਵਧੇਗੀ, ਕਿਉਂਕਿ ਜਿਹੜੇ ਬਾਹਰੋਂ ਮਾਈਗ੍ਰੈਂਟ ਆਉਂਦੇ ਨੇ ਉਹ ਵੀ ਜ਼ਿਆਦਾ ਹਿੰਦੂ ਭਾਈਚਾਰੇ ਦੇ ਆ। ਤਾਂ ਇਹ ਇੱਕ ਆਪਾਂ ਕਹਿ ਲਈਏ ਕਿ ਸਾਡੇ ਪੰਜਾਬ ਦੇ ਜੇ ਸੋਸ਼ਲ ਪੱਖ ਤੋਂ ਦੇਖੀਏ, ਸਮਾਜਿਕ ਪੱਖ ਤੋਂ ਦੇਖੀਏ, ਤਾਂ ਇਹ ਹੁਣ ਹੈ ਤੇ ਚਿੰਤਾਜਨਕ ਹੈ, ਪਰ ਉਹ ਸਿੱਖ ਕੌਮ ਵਾਸਤੇ, ਦੂਜੇ ਵਾਸਤੇ ਕਾਹਦੀ ਚਿੰਤਾ ਹੈ? ਤਾਂ ਗੱਲ ਇਹ ਹੈ ਕਿ ਇਹੀ ਤੇ ਮੈਂ ਕਹਿ ਰਿਹਾ ਤੁਹਾਨੂੰ ਕਿ ਅਕਾਲੀ ਦਲ ਇੱਕ ਪਾਸੇ ਤਾਂ ਗੱਲ ਕਰਦਾ ਬੰਦੀ ਸਿੰਘਾਂ ਦੀ, ਪੰਥਕ ਹਿੱਤਾਂ ਦੀ, ਇੱਕ ਪਾਸੇ ਨਾਲ ਆਹ ਜਿਹੜੀ ਤੁਸੀਂ ਗੱਲ ਕਹਿ ਗਏ ਕਿ ਇੱਕ ਪਾਸੇ ਨਾਲ ਕਨਫਿਊਜ਼ ਹੋ ਜਾਂਦਾ ਕਿ ਉਹਨਾਂ ਨੂੰ ਵੀ ਕਿਉਂ ਛੱਡਣਾ ਹੈ। ਤਾਂ ਉੱਥੇ ਉਹ ਨਾਲ ਕਹਿੰਦੇ ਕਿ ਪੰਜਾਬੀ ਪਾਰਟੀ ਵਾਲਾ ਵੀ ਜਾਂਦਾ। ਤਾਂ ਤੁਹਾਡੀ ਆਈਡੀਓਲੋਜੀ ਜਾਂ ਤਾਂ ਬਿਲਕੁਲ ਕਹਿ ਦਿਓ ਕਿ ਭਾਈ ਅਸੀਂ ਤਾਂ ਉਹ ਜਿਹੜੇ, ਵੈਸੇ ਤਾਂ ਉਹਨਾਂ ਨੇ ਐਲਾਨ ਕਰਤਾ ਸੀ ਮੋਗੇ 'ਚ, ਉਹਨਾਂ ਨੇ ਸਿੱਧਾ ਸਪਸ਼ਟ ਕਹਿਤਾ ਸੀ ਅਸੀਂ ਪੰਜਾਬੀ ਪਾਰਟੀ, ਪੰਥਕ ਪਾਰਟੀ। ਹੁਣ ਪੰਥਕ ਪਾਰਟੀ ਤਾਂ ਆਪਾਂ ਅਕਾਲੀ ਦਲ ਕਰਕੇ ਜੋੜਦੇ ਹਾਂ ਨਾਲ, ਉਹਨਾਂ ਨੇ ਤਾਂ ਐਲਾਨੀਆ ਕਿਹਾ ਹੋਇਆ ਹੈ। ਤਾਂ ਗੱਲ ਇਹ ਹੈ ਕਿ ਉਹ ਚੋਣ ਵੀ ਰਾਜਨੀਤੀ ਕਰਦੇ ਆ, ਜਿੱਥੇ ਲੋੜ ਹੁੰਦੀ ਹੈ
ਉੱਥੇ ਉਹ ਪੰਥਕ ਹਿੱਤ ਵਰਤ ਲੈਂਦੇ ਨੇ, ਤੇ ਜਿੱਥੇ ਲੋੜ ਹੁੰਦੀ ਉੱਥੇ ਕਹਿ ਦਿੰਦੇ ਭਾਈਚਾਰਕ ਸਾਂਝ। ਇਹ ਦੋ ਟਰਮਾਂ ਉਹਨਾਂ ਨੇ ਬਣਾਈਆਂ ਹੋਈਆਂ। ਜੀ ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਸੋਹਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰਾ ਕੁਐਸਚਨ ਆ ਕਿ ਪਹਿਲਾਂ ਮਹਿਲਾ ਕਮਿਸ਼ਨਰ ਜਿਹੜੀ ਸੀ ਮਨੀਸ਼ਾ ਗੁਲਾਟੀ ਹੈ ਜਾਂ ਸੀ? ਹੈਗੇ ਨੇ, ਅਜੇ ਵੀ ਹੈਗੇ ਨੇ। ਤੇ ਉਹਨਾਂ ਦੇ ਨਾਲ ਜੇ ਕੰਟਰੈਕਟ ਕੀਤਾ ਜਾਵੇ ਤਾਂ ਕਿਸ ਤਰ੍ਹਾਂ ਕੀਤਾ ਜਾਵੇ? ਸੋ ਉਹਨਾਂ ਦੇ ਜਿਹੜੇ ਵੈਬਸਾਈਟ ਦੇ ਨੰਬਰ ਆ ਸਭ ਚੱਲਦੇ ਨਹੀਂ ਔਰ ਲੱਗਦੇ ਨਹੀਂ, ਔਰ ਈਮੇਲ ਕਰਦੇ ਆ ਤੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ, ਜਾਂ ਉਹ ਵਾਪਸ ਆ ਰਹੀਆਂ ਵੈਸੇ ਹੀ ਵੀ ਉਹ ਤੁਹਾਡੀ ਈਮੇਲ ਸਹੀ ਨਹੀਂ। ਮੈਂ ਇੱਕ ਗੱਲ ਕਹਾਂ ਬਸ, ਹੁਣੇ ਜੇ ਕਿਤੇ ਝਗੜਾ ਹੋ ਜਾਵੇ ਕਿਸੇ ਚੰਗੇ ਐਕਟਰ ਦਾ, ਤੇ ਤੁਸੀਂ ਉਹਦੇ ਮਤਲਬ ਕਿ ਲਾਗੇ ਬੰਦੇ ਕਿਸੇ ਗਵਾਂਢੀ ਨੂੰ ਕਹਿ ਦਿਓ ਕਿ ਬਈ ਮਨੀਸ਼ਾ ਜੀ ਆਉਣਗੇ, ਇੱਥੇ ਨੰਬਰ ਲੈ ਲਿਓ ਜਿਹੜਾ ਚੱਲਦਾ, ਤਾਂ ਉਹ ਜਦੇ ਹੀ ਸਵੇਰ ਨਹੀਂ ਚੜਨੀ, ਉਹ ਪਹਿਲਾਂ ਹੀ ਉੱਥੇ ਪਹੁੰਚ ਜਾਣਗੇ। ਇਹ ਸਿੰਪਲ ਹੱਲ ਹੈ ਜੀ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨ ਦਾ। ਤੇ ਬਿਲਕੁਲ ਸਾਡੇ ਕੋਲ ਵੀ ਨੰਬਰ ਹੈਗੇ ਨੇ, ਅਸੀਂ ਵੀ ਟਰਾਈ ਕਰਦੇ ਹਾਂ ਜਦੋਂ, ਤਾਂ ਨੰਬਰ ਨਹੀਂ ਚੁੱਕੇ ਜਾਂਦੇ। ਇਵਨ ਦੋ ਕਿ ਉਹਨਾਂ ਦੇ ਪੀਏ ਸਾਹਿਬ ਨੇ ਵੀ ਨਹੀਂ ਸੀ ਚੁੱਕਿਆ। ਮੈਂ ਇੱਕ ਵਾਰੀ ਇਹਨਾਂ ਦਾ, ਉਹ ਜਦੋਂ ਫਿਲਮ ਨਹੀਂ ਆਈ ਨੀ ਮੈਂ ਸੱਸ ਕੁੱਟਣੀ, ਤੇ ਮੈਂ ਕਿਹਾ ਚਲੋ ਆਪਾਂ ਘੋਟ ਲੈਂਦੇ ਇੰਨੇ ਬਹਾਨੇ ਜੀ ਨੂੰ ਦੱਸਦੇ ਆ ਕਿ ਇਹ ਤਾਂ ਬੋਲੀਆਂ ਨੇ ਭਾਈ ਸਾਡੀਆਂ, ਕਿਉਂ ਜ਼ਿਆਦਾ ਇੰਨਾ ਤੱਤੇ ਹੁੰਦੇ। ਤਾਂ ਉਹਨਾਂ ਦੇ ਪੀਏ ਨੇ ਵੀ ਨਹੀਂ ਸੀ ਚੱਕਿਆ, ਉਹਨਾਂ ਤਾਂ ਚੱਕਣਾ ਹੀ ਸੀ। ਸੋ ਇਹ ਆ ਕਿ ਈਮੇਲ ਦਾ ਜਵਾਬ ਵੀ ਨਹੀਂ ਦਿੰਦੇ, ਇਹ ਬਹੁਤ ਮੈਂ ਕਹੂੰਗਾ ਕਿ ਮਾੜੀ ਗੱਲ ਹੈ ਕਿ ਘੱਟੋ ਘੱਟ ਈਮੇਲ ਦਾ ਜਵਾਬ ਤੇ ਦਿੱਤਾ ਜਾਣਾ ਚਾਹੀਦਾ। ਤੇ ਮੈਂ ਇਹ ਗੱਲ ਤੁਹਾਡੀ ਜਿਹੜੀ ਆ ਕਿਸੇ ਨਾ ਕਿਸੇ ਬਹਾਨੇ ਜ਼ਰੂਰ ਪਹੁੰਚਾਵਾਂਗਾ। ਤੁਹਾਡਾ ਨਾਮ ਕੀ ਹੈ? ਸੋਹਣ ਸਿੰਘ। ਮੇਰਾ ਨਾਮ ਜੀ ਸੋਹਣ ਸਿੰਘ ਹੈ ਜੀ। ਸੋਹਣ ਸਿੰਘ ਜੀ, ਹਾਂਜੀ ਹਾਂਜੀ, ਠੀਕ ਹੈ ਸਰ, ਠੀਕ ਹੈ ਜੀ। ਤੁਸੀਂ ਯੂਐਸ ਦੇ ਹੀ ਹੈ ਨਾ, ਇੱਥੇ ਨਾਗਰਿਕ ਹੋ? ਹਾਂਜੀ ਹਾਂਜੀ ਬਾਬੂ ਜੀ, ਵੈਸੇ ਵਿੱਚ ਕੈਲੀਫੋਰਨੀਆ ਚ। ਪਰ ਉਹਨਾਂ ਦਾ ਦਫ਼ਤਰ ਜਿਹੜਾ ਹੈਗਾ ਉਹ ਚੰਡੀਗੜ੍ਹ ਹੈ ਜਾਂ ਕਿੱਥੇ ਹੈ? ਚੰਡੀਗੜ੍ਹ ਹੀ ਹੈ ਜੀ, ਚੰਡੀਗੜ੍ਹ। ਮਹਿਲਾ ਕਮਿਸ਼ਨ ਚੰਡੀਗੜ੍ਹ। ਆਪਾਂ ਮੋਹਰੇ ਜਾ ਕੇ ਖੜ ਜਾਂਦੇ ਜੋ ਕੋਈ ਗੱਲਬਾਤ ਕਰਦੇ, ਤੇ ਫਿਰ ਆਪਾਂ ਮਿਲਾਉਣ ਦਿੰਦੇ ਜਾਂ ਨਹੀਂ? ਇਹ ਵੀ ਉਹੀ ਕੰਮ ਹੈ? ਨਹੀਂ ਮਿਲ ਸਕਦੇ ਹੋ, ਤਾਂ ਕੋਈ ਗੱਲ ਨਹੀਂ, ਉੱਥੇ ਤਾਂ ਜਾ ਕੇ ਮਿਲ ਸਕਦੇ ਹੋ, ਅਪੁਆਇੰਟਮੈਂਟ ਦੀ ਵੀ ਨਹੀਂ ਲੋੜ ਹੋਏਗੀ, ਮਿਲ ਸਕਦੇ ਹੋ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਥੋੜਾ ਕਰ ਦੂੰਗਾ ਜੇ ਕੋਈ ਗੱਲਬਾਤ ਹੋਈ ਤੇ। ਵੈਸੇ ਆਪਾਂ ਕਿਸੇ ਨਾ ਕਿਸੇ ਥਰੂ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਕਰ ਸਕਦੇ ਆ ਕਿ ਹਾਂ ਭਾਈ ਤੁਸੀਂ ਨਾ ਫੋਨ ਚੱਕਦੇ ਹੋ ਨਾ ਈਮੇਲ ਕਰਦੇ ਹੋ, ਤੇ ਜਿੱਥੇ ਕੋਈ ਹਾਈ ਪ੍ਰੋਫਾਈਲ ਮਾਮਲਾ ਹੁੰਦਾ ਉੱਥੇ ਤੁਸੀਂ ਉਹੀ ਜਾ ਕੇ ਖਲੋ ਜਾਂਦੇ ਹੋ। ਜਿਵੇਂ ਵਾਇਰਲ ਵੀਡੀਓ ਤੇ ਵੀ ਨਾਲ ਦੇ ਨਾਲ ਹੋ ਜਾਂਦੇ ਆ ਨਾ ਫਿਰ ਉਸੇ ਵੇਲੇ। ਉਹ ਤਾਂ ਅੱਜ ਕੱਲ ਜੀ ਉਹ ਤੇ 5-7 ਬੰਦਿਆਂ ਦੀ ਟੀਮ, ਹਰੇਕ ਬੰਦਾ ਜਿਹੜਾ ਚਟਪੂੰਜੀਆ ਜਾਂ ਲੀਡਰ ਉਹ ਵੀ ਨਾਲ ਲਈ ਫਿਰਦਾ 4-5 ਮੋਬਾਈਲ ਫੜਾ ਕੇ, ਕਿ ਜਦੋਂ ਮੈਂ ਮਾੜਾ ਜਾਂ ਕਿਸੇ ਨਾਲ ਹੱਥ ਮਿਲਾਵਾਂ ਲੀਡਰ ਦੇ ਨਾਲ 4 ਐਂਗਲਾਂ ਤੋਂ ਲਾਈਵ ਚੱਲੇ। ਵਾਹਿਗੁਰੂ ਜੀ ਜੀ ਜੀ, ਬਿਲਕੁਲ। ਸੋ ਹੁਣ ਸੂਓ ਮੋਟੋ ਨੋਟਿਸ ਤਾਂ ਲਿਆ ਆ ਉਹਨਾਂ ਨੇ ਐਮਐਲਏ ਹੁਣਾਂ ਦੇ ਨਾਲ, ਜਿਹੜਾ ਘਰੇਲੂ ਹਿੰਸਾ ਦਾ ਵਾਰਦਾਤ ਹੋਈ ਆ ਉਸ ਨੂੰ ਲੈ ਕੇ। ਹੁਣ ਦੇਖੋ ਇਹਨਾਂ ਨੇ ਤਾਂ ਧਰਨੇ ਤੇ ਵੀ ਬੈਠਣਾ ਸੀਗਾ, ਰਾਜ ਕਰਨਵੀਰ ਸਿੰਘ ਜੀ, ਯਾਦ ਆ ਤੁਹਾਨੂੰ? ਧਰਨੇ ਤੇ ਵੀ ਬੈਠਣਾ ਸੀਗਾ ਚੰਨੀ ਹੋਰਾਂ ਦੇ ਖਿਲਾਫ। ਹਾਂ, ਬਾਅਦ ਚ ਫਿਰ ਥੋੜਾ ਭਾਈ ਪਤਾ ਨਹੀਂ ਕੀ ਹੋ ਗਿਆ ਅੰਦਰ ਖਾਤੇ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜੋਗਾ ਸਿੰਘ ਜੀ। ਜੀ ਮੰਜੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। मेरा सवाल एक थोड़े इन्ने का है भी देखो बड़े बड़े छापे पै रहे, बड़े बड़े लीडर फड़ रहे, लीडर जे पोलीटिकल मिनिस्टर या इदां दे फड़ रहे, पर जे मिनिस्टर जेडे कल्ले तां नहीं जिथे करप्शन करदे है, जे क्लर्क होए थल्ले ਜਾਂ ਸਰਕਾਰੀ ਮਸ਼ੀਨਰੀ ਆ ਉਹਦੇ ਤੇ ਕੋਈ ਐਕਸ਼ਨ ਲਿਆ ਜਾ ਰਿਹਾ ਹੈ ਜੇ ਇਹ ਲੀਡਰ ਮਿਨਿਸਟਰ ਨੂੰ ਫੜਿਆ ਜਾ ਰਿਹਾ ਜੀ? ਕਿਉਂਕਿ ਕੰਮ ਤਾਂ ਥੱਲੇ ਤੋਂ ਚੱਲਦਾ, ਦਫ਼ਤਰਾਂ ਤੋਂ ਚੱਲਦਾ ਨਹੀਂ, ਉਹਨਾਂ ਦੇ ਵੀ ਕੋਈ ਐਕਸ਼ਨ ਲਿਆ ਜਾਂਦਾ ਜੀ? ਜਾਂ ਆਪਣਾ ਅੰਸ਼ੁਤੋਸ਼ ਦਾ ਹੋਇਆ ਜਾਂ ਆਪਣੇ ਕਹਿਣ ਨਾਲ ਹੋਇਆ? ਤੁਸੀਂ ਵੀ ਆਸ਼ੂਤੋਸ਼ ਹੀ ਕਹਿੰਦਾ ਜੋਗਾ ਸਿੰਘ ਜੀ। ਆਸ਼ੂਤੋਸ਼ ਨਹੀਂ, ਆਸ਼ੂ ਆ। ਆਸ਼ੂਤੋਸ਼ ਤੇ ਫ੍ਰਿਜ 'ਚ ਲੱਗਾ। ਚਲ ਮੈਂ ਤੇ ਸਾਰੀ ਗੱਲ ਹੋ ਗਿਆ। ਨਹੀਂ ਸਰ, ਉਹਦੇ 'ਚ ਪਤਾ ਕੀ ਆ, ਮੈਂ ਤੁਹਾਨੂੰ ਦੱਸਦਾ, ਅਫਸਰਾਂ ਨੂੰ ਫੜੀਏ ਸਵਾਹ, ਉਹ ਤਾਂ ਪੀਆਰ ਪਹਿਲਾਂ ਹੀ ਲੈ ਕੇ ਬੈਠੇ ਹੁੰਦੇ ਆ, ਨਾਲ ਦੀ ਨਾਲ ਜਹਾਜ਼ੇ ਚੜ ਜਾਂਦੇ ਆ, ਤੇ ਨਾਲ ਉਹ ਤੁਹਾਡੀ ਇਕਨੋਮੀ 'ਚ ਜਾਂ ਕੈਨੇਡਾ ਦੀ ਇਕਨੋਮੀ 'ਚ ਰੁਪਈਆ ਵੀ 5-7 ਕਰੋੜ ਆ ਕੇ ਉਹ ਹਿੱਸੇਦਾਰੀ ਕਰ ਲੈਂਦੇ। ਉਹਦੇ 'ਚ ਕੀ ਕਰੀਏ ਦੱਸੋ? ਲਾਜ ਹੀ ਹੈ ਨਹੀਂ ਇਹਨਾਂ ਦਾ, ਇਹ ਤਾਂ ਕਾਬੂ ਹੀ ਨਹੀਂ ਆਉਂਦੇ। ਬਾਕੀ ਕੁਝ ਅਫਸਰਾਂ ਤੇ ਇਹਨਾਂ ਨੇ ਨਰੜਾ ਚਾੜਿਆ ਹੈ, ਕੁਝ ਅਫਸਰ ਜੋਗਾ ਸਿੰਘ ਜੀ ਕਾਬੂ ਆਏ ਹੋਏ ਨੇ, ਕੁਝ ਨੇ ਆ ਜਾਣਾ, ਕਿਉਂਕਿ ਇਹਨਾਂ ਨੇ ਤੇ 180 ਕਰੋੜ ਰੁਪਏ ਦੇ ਘੁਟਾਲੇ ਦਾ, ਗਬਨ ਦਾ, ਉਹ ਜਿਹੜਾ ਪੀਆਰ ਲੈ ਗਿਆ ਸਿੰਗਲਾ, ਉਹਦੀ ਅਪੁਆਇੰਟਮੈਂਟ ਦਾ, ਉਹ ਸਾਰਾ ਰਿਕਾਰਡ ਹੀ ਗਾਇਬ ਕਰਿਆ ਪਿਆ ਇਹਨਾਂ ਨੇ।
ਜੀ ਠੀਕ ਹੈ, ਥੈਂਕ ਯੂ ਜੋਗਾ ਸਿੰਘ ਜੀ, ਮਿਹਰਬਾਨੀ। ਥੈਂਕ ਯੂ। ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੀ ਕੁਰਬਾਨ ਕਰਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਉਹਨਾਂ ਨੂੰ ਬੇਨਤੀ ਕਰਨੀ ਆ, ਜੇ ਮੇਰਾ ਸਵਾਲ ਉਹਨਾਂ ਨੂੰ ਠੀਕ ਲੱਗੇ ਤਾਂ ਉਹਦੇ ਲਈ ਜ਼ਰੂਰ ਸਾਰੀ ਆਪਣੀ ਟਿੱਪਣੀ ਦੱਸਣ, ਨਹੀਂ ਤਾਂ ਕੋਈ ਗੱਲ ਨਹੀਂ। ਕਈ ਜਿਸ ਤਰ੍ਹਾਂ ਹੁਣ ਜਿਹੜੇ ਆ ਹੁਣੇ ਜਿਹੇ ਰਿਟਾਇਰ ਹੋਏ ਆ ਚੀਫ ਜਸਟਿਸ ਰਮੰਨਾ ਸਾਹਿਬ, ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਲਗਭਗ ਬਹੁਤ ਹੀ ਵਧੀਆ ਸੀ ਸਾਡੀ ਸੋਚ ਮੁਤਾਬਕ ਹੀ ਕੰਮ ਕੀਤੇ ਆ। ਤੇ ਜਿੱਦਾਂ ਕਿ ਲਖੀਮਪੁਰ ਖੀਰੀ ਵਾਲਾ ਜਾਂ ਹੋਰ ਵੀ, ਤੇ ਕੀ ਜਿਹੜੇ ਇਹਨਾਂ ਤੋਂ ਪਹਿਲਾਂ ਉਹ ਚੀਫ ਜਸਟਿਸ ਰਿਟਾਇਰ ਹੋਏ ਸੀ ਤੇ ਜਿਹਨਾਂ ਨੂੰ ਮੁੜ ਕੇ ਫਿਰ ਉਹਨਾਂ ਨੇ ਆਪਣਾ ਉੱਥੇ ਰਾਜ ਸਭਾ ਦੇ ਮੈਂਬਰ ਵੀ ਬਣਾ ਲਿਆ, ਤੇ ਕੀ ਤੇ ਭਾਜੀ ਉਹਨਾਂ ਦੇ ਖਿਆਲ ਵਿੱਚ ਇਹੋ ਜਸਟਿਸ ਰਮੰਨਾ ਸਾਹਿਬ ਦੀ ਕਾਰਗੁਜ਼ਾਰੀ ਇਹਨਾਂ ਦੇ ਹਿਸਾਬ ਕਿਤਾਬ ਨਾਲ ਆਮ ਲੋਕਾਂ ਪ੍ਰਤੀ ਕਿਹੋ ਜਿਹੀ ਰਹੀ, ਉਹਦੇ ਬਾਰੇ ਥੋੜਾ ਕੋਈ ਦੱਸ ਸਕਦੇ ਆ? ਜੀ ਨਹੀਂ, ਮੈਂ ਇੰਨਾ ਹੀ ਕਹਾਂਗਾ ਕਿ ਕਾਰਗੁਜ਼ਾਰੀ ਜਿਹੜੀ ਹੁੰਦੀ ਹੈ ਚੀਫ ਜਸਟਿਸ ਆਫ ਇੰਡੀਆ ਦੀ, ਉਹਦੀ ਸੰਵਿਧਾਨ ਪ੍ਰਤੀ ਹੁੰਦੀ ਹੈ, ਕਾਨੂੰਨ ਪ੍ਰਤੀ ਹੁੰਦੀ ਹੈ, ਤਾਂ ਉਹਨੇ ਉਸੇ ਹਿਸਾਬ ਨਾਲ ਚੱਲਣਾ। ਤਾਂ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਦੋਨਾਂ ਚੋਂ ਕਹੋ ਕਿ ਗਗੋਈ ਸਾਹਿਬ ਤੇ ਰਮੰਨਾ ਸਾਹਿਬ ਵਿੱਚੋਂ ਕੌਣ, ਤਾਂ ਮੈਂ ਰਮੰਨਾ ਸਾਹਿਬ, ਮੈਂ ਤੁਹਾਡੇ ਨਾਲ ਜੀ। ਸੋ ਮੌਜੂਦਾ ਹੁਣ ਕਿਹੜੇ ਨਵੇਂ ਆ ਗਏ ਨੇ ਇਹਨਾਂ ਤੋਂ ਬਾਅਦ? ਇਹ ਤਾਂ ਯੂ ਲਾਲਿਤ ਆ ਗਏ ਨੇ ਜੀ। ਇਹ ਕਿਸੇ ਸਮੇਂ ਅਮਿਤ ਸ਼ਾਹ ਜੀ ਦੇ ਐਡਵੋਕੇਟ ਹੁੰਦੇ ਸਨ, ਮੁੱਠਭੇੜ ਵਾਲੇ, ਮੁਕਾਬਲੇ ਵਾਲੇ ਮਾਮਲੇ 'ਚ। ਇਨਕੰਬੈਂਟ ਇਸ ਟਾਈਮ ਇਹੀ ਨੇ। ਤੇ ਇਹਨਾਂ ਨੇ ਕਹਿੰਦੇ ਕਾਫੀ ਕੇਸ ਜਲਦ ਸੁਣਵਾਈ ਦੇ ਲਈ ਸੱਦੇ ਨੇ, ਵੀ ਆਪਾਂ ਤੇਜ਼ੀ ਦੇ ਨਾਲ ਫੈਸਲੇ ਲਾਏ ਨੇ ਜੀ। ਹਾਂ ਜੀ, ਲਾਏ ਨੇ, ਜਲਦੀ ਲਾਏ ਨੇ। ਤੇ ਉਹਦੇ ਚੋਂ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਗੁਜਰਾਤ ਦੰਗਿਆਂ ਦੇ ਨਾਲ ਜੁੜੀਆਂ 8 ਤੇ ਪਟੀਸ਼ਨਾਂ ਪਹਿਲੇ ਝਟਕੇ 'ਚ ਉਹ ਕੀਤੀਆਂ ਫਰਗ, ਕਿ ਬਈ ਇਹਨਾਂ ਦਾ ਕੋਈ ਹੁਣ ਹੈ ਨਹੀਂ, ਤੁੱਕ ਨਹੀਂ ਬਣਦਾ। ਤਾਂ ਇਸ ਤਰ੍ਹਾਂ ਨਵੇੜੀ ਵੀ ਜਾਂਦੇ ਆ। ਦੇਖੋ ਹੁਣ ਅੱਗੇ ਕੀ ਬਣਦਾ, ਸਿੱਧਾ ਤਾਂ ਆਪਾਂ ਨਹੀਂ ਕਹਿ ਸਕਦੇ, ਜਿਵੇਂ ਹੁਣ ਬੋਲ ਕੇ ਗਏ ਨੇ ਸਰ ਕਿ ਦੇਖੋ ਰਮੰਨਾ ਸਾਹਿਬ, ਕਿਉਂਕਿ ਕਈ ਵਾਰ ਜਦੋਂ ਅਪੁਆਇੰਟ ਹੁੰਦੇ, ਅੱਜ ਕੱਲ ਇੰਡੀਆ 'ਚ ਇਹ ਵੀ ਹੈ ਨਾ, ਫਿਰ ਤਾਂ ਇੱਕ ਧਿਰ ਨੇ ਮਤਲਬ ਕਿ ਸਲਾਉਣਾ ਹੀ ਸਲਾਉਣਾ ਹੈ, ਇੱਕ ਨੇ ਨਿੰਦਣਾ ਹੀ ਨਿੰਦਣਾ ਜਦੋਂ ਵੀ ਕੋਈ ਨਿਯੁਕਤੀ ਹੋਗੀ। ਬਸ ਮਤਲਬ ਕਿ ਕੁਛ ਲੋਕਾਂ ਦੀ ਤਾਂ ਪਰਸੈਪਸ਼ਨ ਹੀ ਬਣੀ ਹੁੰਦੀ ਹੈ, ਜਿਵੇਂ ਇੰਡੀਆ ਪ੍ਰਤੀ ਜਾਂ ਕਿਸੇ ਮੁਲਕ ਪ੍ਰਤੀ ਜਾਂ ਕਿਸੇ ਜਮਾਤ ਪ੍ਰਤੀ ਜਾਂ ਉਹ ਹੁੰਦੀ ਹੈ। ਤਾਂ ਇੱਥੇ ਜਦੋਂ ਵੀ ਨਿਯੁਕਤੀ ਹੁੰਦੀ ਹੈ, ਭੰਡਣ ਵਾਲਿਆਂ ਨੇ ਭੰਡਣਾ ਹੀ ਭੰਡਣਾ ਹੈ। ਰਮੰਨਾ ਸਾਹਿਬ ਨੂੰ ਵੀ ਭੰਡਿਆ ਸੀ, ਪਰ ਬਾਕਮਾਲ ਕੰਮ ਕੀਤਾ ਉਹਨਾਂ ਨੇ, ਸਰਕਾਰ ਨੂੰ ਸ਼ੀਸ਼ਾ ਦਿਖਾਇਆ ਔਰ ਦੌੜਾਇਆ ਵੀ ਸਰਕਾਰ। ਤਾਂ ਵਾਕਿਆ ਇਹਨਾਂ ਦੀ ਗੱਲ ਸਹੀ ਹੈ। ਸੋ ਕਈ ਵਾਰ ਨਿਯੁਕਤੀਆਂ ਵੇਲੇ ਸਾਨੂੰ ਕੁਝ ਹੋਰ ਲੱਗਦਾ ਕਿ ਏਦਾਂ ਹੋ ਜੂ, ਏਦਾਂ ਹੋ ਜੂ, ਪਰ ਕਈ ਵਾਰ ਹੋ ਸਕਦਾ ਕਿ ਬਾਅਦ ਦੇ ਵਿੱਚ ਅਸੀਂ ਉਹੀ ਗਲਤ ਹੋਈਏ ਜੋ ਅਸੀਂ ਅੱਜ ਸੋਚ ਰਹੇ ਹਾਂ, ਹੋ ਸਕਦਾ ਉਹਦੇ ਤੋਂ ਉਲਟ ਉਹਨਾਂ ਦੀ ਕਾਰਗੁਜ਼ਾਰੀ ਰਹੇ। ਤਾਂ ਇਹਨਾਂ ਦਾ ਜਿਹੜਾ ਕਾਰਜਕਾਲ ਬੜਾ ਲਿਮਿਟਡ ਹੈ, ਸ਼ਾਇਦ 70-72 ਦਿਨ ਦਾ ਹੀ ਹੈ। ਕਿ ਰਮੰਨਾ ਹੋਣਾ ਦਾ 1 ਸਾਲ 124 ਦਿਨ ਕੁੱਲ ਜਿਹੜੇ ਹੋ ਰਹੇ ਨੇ। ਨਹੀਂ, ਰਮੰਨਾ ਸਾਹਿਬ ਦਾ ਨਹੀਂ। ਹਾਂਜੀ, ਜਿਹੜੇ ਉਹ ਰਮੰਨਾ ਸਾਹਿਬ ਤਾਂ ਚਲੇ ਗਏ। ਹਾਂਜੀ, ਉਹ ਤਾਂ ਚਲੇ। ਅੱਛਾ, ਲਲਿਤ ਹੋਣਾ ਦਾ ਤੁਸੀਂ ਕਹਿ ਰਹੇ? ਉਹ ਤਾਂ ਹਾਂਜੀ, ਲਲਿਤ ਜੀ ਦਾ ਜੀ। ਇਹ ਥੋੜੇ ਦਿਨਾਂ ਦੇ ਲਈ ਆਏਗਾ, ਠੀਕ ਹੈ। ਯੂਜਲੀ ਚੀਫ ਜਸਟਿਸ ਆਫ ਇੰਡੀਆ ਮੈਂ ਦੇਖਿਆ ਵੀ ਇਹ ਸਾਲ 1.5 ਸਾਲ ਟੱਪਣ ਨਹੀਂ ਦਿੰਦੇ, ਇੰਨਾ ਕੀ ਜਿਹੜਾ ਉਹ ਸਮਾਂ ਇਹਨਾਂ ਦਾ ਜਿਹੜਾ ਉਹ ਰਹਿੰਦਾ ਹੈ। ਨਹੀਂ, ਉਹ ਬਣਦਾ ਹੀ ਫਿਰ ਉਦੋਂ ਹੈ ਨਾ, ਜਦੋਂ ਸਾਰੇ ਹੁਣ ਤੁਸੀਂ ਦੇਖੋ ਸੀਜੀਆਈ ਬਣਨਾ ਕੋਈ ਖਾਲਾ ਜੀ ਦਾ ਬੜਾ ਥੋੜੀ ਹੈ। ਤਾਂ ਜੇ ਤੁਸੀਂ ਇੱਥੇ ਹਾਈ ਕੋਰਟ 'ਚ ਬਣਨਾ, ਤਾਂ ਇੱਥੇ ਵੀ ਤੁਹਾਨੂੰ ਘੱਟੋ ਘੱਟ 10 ਸਾਲ ਦੀ ਪ੍ਰੈਕਟਿਸ ਚਾਹੀਦੀ ਹੈ। ਜੀ। ਤਾਂ ਕ੍ਰਾਈਟੇਰੀਆ ਵੀ ਬਹੁਤ ਜ਼ਬਰਦਸਤ ਹੈ ਨਾ। ਉਹ ਬੰਦਾ ਉਦੋਂ ਹੀ ਪੂਰਾ ਕਰਦਾ ਹੈ ਜਦੋਂ ਉਹਦੀ ਸਰਵਿਸ ਬਿਲਕੁਲ ਥੋੜੀ ਬਚਦੀ। ਇੱਕ ਚੀਜ਼ ਹੈਗੀ ਹੈ ਇਸ ਵਾਰ ਜਿਹੜੇ ਲਲਿਤ ਹੋਣਾ ਦੀ ਆ, ਇਹ ਬਾਰ ਕੌਂਸਲ ਚੋਂ ਆਏ ਆ, ਇਹ ਕਿਸੇ ਰਾਈਟ ਨਾਓ ਕੋਰਟ ਦੇ ਵਿੱਚ ਨਹੀਂ ਸੀਗੇ ਨਿਯੁਕਤ, ਇਹ ਸਿੱਧੇ ਬਾਰ ਕੌਂਸਲ ਚੋਂ ਸੀਜੀਆਈ ਦੇ ਵਿੱਚ ਜਿਹੜੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ। ਮੈਂ ਦੇਖ ਰਿਹਾ ਸੀਗਾ ਪੁਰਾਣਿਆਂ ਦੀ, ਉਹ ਸਾਰੇ ਵੱਖੋ ਵੱਖਰੇ ਸਟੇਟਸ ਦੇ ਜਿਹੜੇ ਆ ਹਾਈ ਕੋਰਟਸ ਦੇ ਵਿੱਚ ਹਾਈ ਕੋਰਟਾਂ 'ਚ ਆਉਂਦੇ ਆ। ਦੇਖੋ ਇਹ ਕੋਲੀਜੀਅਮ ਦਾ ਹੁੰਦਾ, ਕੋਲੀਜੀਅਮ ਦਾ ਨਿਰਣਾ ਹੁੰਦਾ ਕਿ ਜਿਹੜਾ ਵੀ ਬੰਦਾ ਕੋਈ ਸ਼ਰਤਾਂ ਪੂਰੀਆਂ ਕਰਦਾ, ਉਹ ਕੋਲੀਜੀਅਮ ਨੇ ਨਾ ਭੇਜਣੇ ਹੁੰਦੇ ਆ ਸਿਫਾਰ, ਕਿਉਂਕਿ ਇੱਥੇ ਕੋਲੀਜੀਅਮ ਸਿਸਟਮ ਆ। ਜੀ। ਇੱਕ ਲਾਸਟ ਕਾਲਰ ਨੇ ਫਿਰ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੈ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਤੁਹਾਨੂੰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੈਸੇ ਤਾਂ ਬਤੌਰ ਪੱਤਰਕਾਰ ਤੁਹਾਡਾ ਫਰਜ਼ ਹੀ ਬਣਦਾ ਹੈ ਖਬਰ ਦੇਣੀ, ਤੇ ਮੈਨੂੰ ਤਾਂ ਹਾਸਾ ਆਉਂਦਾ ਜਦੋਂ ਤੁਸੀਂ ਕਿਹਾ ਵੀ ਸੁਖਬੀਰ ਬਾਦਲ ਕਹਿੰਦਾ ਵੀ ਅਸੀਂ ਪਾਵਰ ਦੀ ਗੱਲ ਤਾਂ ਤਰਲੋ ਮੱਛੀ ਦਾ ਪਾਵਰ ਵਾਸਤੇ ਹੋ ਰਿਹਾ ਚੰਡੀਗੜ੍ਹ ਤੋਂ, ਕਿਉਂਕਿ ਪਾਵਰ ਤਾਂ ਚੰਡੀਗੜ੍ਹ ਤੋਂ ਚੱਲਦੀ ਹੈ ਨਾ। ਤੇ ਇਹ ਹੁਣ ਇਹਨਾਂ ਦਾ ਹਾਲ ਬੁਰਾ ਹੈ ਜੀ, ਤੇ ਬਣਨਾ ਕੁਛ ਨਹੀਂ। ਤੇ ਦੂਸਰਾ ਦੱਸਿਓ, ਇੱਕ ਮੋੜ ਜਿਹੜਾ ਕਾਂਡ ਹੋਇਆ ਸੀਗਾ ਉਹਦਾ, ਤੇ ਦੂਸਰਾ ਇੱਕ ਨਕੋਦਰ ਵਾਲਾ ਜਿਹੜਾ ਬਾਦਲਾਂ ਨੇ ਰਿਪੋਰਟ ਦੱਬੀ ਰੱਖੀ ਸੀ, ਕੱਢੀ ਨਹੀਂ ਸੀਗੀ, ਜਦੋਂ ਕਾਲੋ ਸਪੀਕਰ ਹੁੰਦਾ ਸੀ, ਇਜ਼ਹਾਰ ਆਲਮ ਸੀ SSP, ਤੇ ਦੂਸਰਾ ਸੀ ਗੁਰੂ ਉੱਥੇ ਐਡੀਸ਼ਨਲ,
ਉਹਨਾਂ ਦਾ ਬਣੂ ਕੁਛ ਕਿ ਨਹੀਂ, ਉਹ ਬਸ ਠੰਡੇ ਬਸਤੇ 'ਚ ਹੀ ਪੈ ਗਈਆਂ? ਨਹੀਂ ਸਰ, ਨਹੀਂ ਟਾਈਮ ਹੋ ਗਿਆ ਸਾਡਾ। ਨਕੋਦਰ ਵਾਲਾ ਜਿਹੜਾ ਮਸਲਾ ਹੈ ਉਹਦੀ ਰਿਪੋਰਟ ਦੀ ਤਾਂ ਕੋਈ ਉਗ ਸੁਗ ਨਹੀਂ ਹੈਗੀ। ਰਿਹਾ ਜਿਹੜਾ ਮੌੜ ਬੰਬ ਧਮਾਕਾ, ਉਹਦੇ ਚ ਹਾਈ ਕੋਰਟ ਦੇਖ ਰਿਹਾ, ਆਬਜ਼ਰਵ ਕਰ ਰਿਹਾ ਸਾਰੀਆਂ ਚੀਜ਼ਾਂ ਨੂੰ। SIT ਉਹਨਾਂ ਨੇ ਪਹਿਲਾਂ ਜਿਹੜੀ ਬਣਾਈ ਸੀ ਉਹ ਫਿਰ ਭੰਗ ਕਰਕੇ ਫਟਕਾਰਾਂ ਤੋਂ ਬਾਅਦ ਨਵੀਂ SIT ਬਣਾਈ ਆ। ਸ਼ਾਇਦ ਉਹਦੇ ਵਿੱਚ ਜਾਂਚ ਪੜਤਾਲ ਤੁਰ ਪੈਗੀ, ਕਿਉਂਕਿ ਸਰਕਾਰ ਵੀ ਬਦਲ ਚੁੱਕੀ ਹੈ, SIT ਵੀ ਬਦਲ ਦਿੱਤੀ। ਜੀ ਥੈਂਕ ਯੂ ਸੁਖਦੇਵ ਜੀ, ਮਿਹਰਬਾਨੀ ਜੀ। ਮਿੰਟੂ ਜੀ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਤੇ ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।